मित्र प्यारे हाल मुरीदा दा कहना दुख निकंदन गुर अमरदास ਹਿਰਦੈ ਨਿਤ ਸ੍ਰੀ ਗੁਰੂ ਰਾਮਦਾਸ ਗੁਣ ਗਾ ਗੁਰ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਨਾਮ ਬਹੋ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਬੈਸਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। पहुँचे जाए न दाने हो गुर कहिया सुर कर बात बजाए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਜੀ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਆਪ ਜੀ ਸਰਬੱਤ ਸੰਗਤਾਂ ਧੰਤਾ ਯੋਗ ਹੋ। ਸੰਧਿਆ ਦੇ ਪਾਵਨ ਸੁੰਦਰ ਸਜੇ ਦੀਵਾਨਾਂ ਵਿੱਚ ਜੁੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮਹਾਨ ਲੜੀਵਾਰ ਇਤਿਹਾਸ ਨੂੰ ਸਰਵਣ ਕਰਨ ਵਾਸਤੇ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਕ ਪਵਿੱਤਰ ਚਰਨਾਂ ਕਮਲਾਂ ਦੀ ਸ਼ੋਭਤ ਵਿੱਚ ਬਿਰਾਜਮਾਨ ਹੋਏ ਹੋ। ਜੋ ਲੜੀਵਾਰ ਪ੍ਰਕਰਨ ਆਪ ਜੀ ਸਰਵਣ ਕਰ ਰਹੇ ਹੋ। ਦੌਲਤ ਖਾਨ ਨੇ ਕਾਬਲ ਵਿੱਚ ਜਾ ਕੇ ਬਾਬਰ ਬਾਦਸ਼ਾਹ ਦੇ ਪਾਸ ਪੁਕਾਰ ਕੀਤੀ ਹੈ। ਬਾਬਰ ਦਾ ਜੋ ਵਜ਼ੀਰ ਸੀ ਉਹ ਕਹਿਣ ਲੱਗਾ ਕਿ ਹਿੰਦੁਸਤਾਨ ਵਿੱਚ ਬੜੇ ਪੀਰ ਫਕੀਰ ਹਨ। ਮੈਂ ਸੁਣਿਆ ਹੈ ਕਿ ਉਹਨਾਂ ਵਿੱਚ ਇੱਕ ਮਹਾਨ ਵੱਡਾ ਪੀਰ ਹੈ ਜਿਨ੍ਹੇ ਸਮੂਹ ਪੀਰਾਂ ਦੀ ਪੀਰੀ ਖਤਮ ਕਰ ਦਿੱਤੀ। ਸਾਰੇ ਪੀਰਾਂ ਨੂੰ ਜਿੱਤ ਲਿਆ। ਕਈ ਵਾਰੀ ਉਸ ਦੀ ਗੱਲ ਨੂੰ ਮੈਂ ਪਤਿਆ ਕੇ ਵੇਖਿਆ, ਪਰਖ ਕੇ ਵੇਖਿਆ ਹੈ। ਹਮਲਾ ਕਰਨ ਤੋਂ ਪਹਿਲਾਂ ਉਹਨਾਂ ਦੀ ਪ੍ਰਵਾਨਗੀ ਲੈ ਲਓ। ਇਹ ਬਚਨ ਸੁਣ ਕੇ ਦੌਲਤ ਖਾਂ ਵੀ ਕਹਿੰਦਾ ਮੈਂ ਵੀ ਉਹਨਾਂ ਦੀ ਪ੍ਰਵਾਨਗੀ ਨਾਲ ਹੀ ਆਇਆ ਹਾਂ। ਬਾਬਰ ਕਹਿੰਦਾ ਉਹਨਾਂ ਨੇ ਕੀ ਮੈਨੂੰ ਪਾਤਸ਼ਾਹੀ ਦੇਣੀ ਹੈ, ਮੈਨੂੰ ਤਾਂ ਪਾਤਸ਼ਾਹੀ ਮੁਹੰਮਦ ਸਾਹਿਬ ਦੇਣ ਵਾਲੇ ਹਨ। ਹਾਂ ਮੈਂ ਚੱਲ ਕੇ ਪਰਖ ਜ਼ਰੂਰ ਕਰ ਲੈਂਦਾ ਕਿ ਉਹ ਕੱਚਾ ਹੈ ਕਿ ਪੱਕਾ ਹੈ। ਜੇ ਕਿਤੇ ਮੇਰੇ ਦਿਲ ਦੀ ਤਸੱਲੀ ਕਰਵਾ ਦੇ ਫਿਰ ਮੈਂ ਭਰੋਸਾ ਕਰ ਲਵਾਂਗਾ। ਅੱਬਲ ਤਾਂ ਉਹਨੇ ਮੈਨੂੰ ਵੇਖ ਕੇ ਨੱਠ ਜਾਣਾ ਹੈ। ਹਿੰਦੂ ਮੇਰੇ ਤੋਂ ਥਰ ਥਰ ਕੰਬਦੇ ਨੇ, ਉਹਨੇ ਵੀ ਮੇਰੇ ਸਾਹਮਣੇ ਨਹੀਂ ਠਹਿਰਨਾ। ਇਹ ਗੱਲ ਸੁਣ ਕਰਕੇ ਦੌਲਤ ਖਾਨ ਨੂੰ ਨਾਲ ਲੈ ਕੇ ਬਾਬਰ ਬਾਦਸ਼ਾਹ ਨੇ ਹਿੰਦੁਸਤਾਨ ਨੂੰ ਚਾਲਾ ਪਾ ਦਿੱਤਾ।
ਪਠਾਣਾਂ ਦਾ ਇੱਕ ਖਾਸ ਨਗਰ ਸੀ ਸੈਦਪੁਰ, ਜਿਹਨੂੰ ਏਮਨਾਬਾਦ ਕਹਿੰਦੇ ਨੇ। ਉਸ ਨਗਰ ਤੇ ਹਮਲਾ ਕਰ ਦਿੱਤਾ, ਪਠਾਣਾਂ ਦਾ ਨਾਸ਼ ਕੀਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਦੌਲਤ ਖਾਂ ਨੂੰ ਭੇਜਿਆ ਕਿ ਜਾਓ ਆਗਿਆ ਲੈ ਕੇ ਆਓ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ। ਤੇ ਦੌਲਤ ਖਾਂ ਨੇ ਮਹਾਰਾਜ ਨੂੰ ਨਮਸਕਾਰ ਕੀਤੀ, ਬੇਨਤੀ ਕੀਤੀ, ਬਾਬਰ ਮਿਲਣਾ ਚਾਹੁੰਦਾ ਹੈ। ਸਤਿਗੁਰੂ ਕਹਿੰਦੇ ਅਸੀਂ ਆਪ ਉਹਦੇ ਪਾਸ ਚੱਲ ਕੇ ਜਾਵਾਂਗੇ। ਆਓ ਲੜੀਵਾਰ ਪ੍ਰਸੰਗ ਸਰਵਣ ਕਰੀਏ। ਮਨ ਬਿਰਥੀਆਂ ਇਕਾਗਰ ਕਰਨ ਵਾਸਤੇ ਸਰਬੱਤ ਗੁਰ ਸਿੱਖ ਸੰਗਤਾਂ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। यह डेरा बाबर किया सतगुर पहुँचे जाए। ਜਦੋਂ ਬਾਬਰ ਨੇ ਸਤਿਗੁਰਾਂ ਦੇ ਨਾਲ ਮਿਲਾਪ ਦੀ ਚਾਹਨਾ ਪ੍ਰਗਟ ਕੀਤੀ, ਦੌਲਤ ਖਾਂ ਦੀ ਅਰਦਾਸ ਬੇਨਤੀ ਮੰਨ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਆਣ ਪਹੁੰਚੇ, ਜਿਸ ਥਾਂ ਦੇ ਉੱਪਰ ਬਾਬਰ ਨੇ ਡੇਰਾ ਲਾਇਆ ਹੋਇਆ ਹੈ। ਮਰਦਾਨੇ ਕੋ ਗੁਰ ਕਹਿਆ ਸੁਰ ਕਰ ਬਾਪ ਜਾਏ। ਸਤਿਗੁਰ ਜੀ ਉਹਦੇ ਡੇਰੇ ਵਿੱਚ ਪਹੁੰਚੇ ਤੇ ਮਰਦਾਨੇ ਨੂੰ ਹੁਕਮ ਕੀਤਾ, ਮਰਦਾਨਿਆਂ ਰਬਾਬ ਸੁਰ ਕਰ, ਗੁਰਬਾਣੀ ਦਾ ਕੀਰਤਨ ਕਰੀਏ। ਰੱਬੀ ਬਾਣੀ ਆਈ ਹੈ। ਇਹ ਬਚਨ ਸੁਣ ਕੇ ਭਾਈ ਮਰਦਾਨੇ ਨੇ ਰਬਾਬ ਵਜਾਈ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਅੰਮ੍ਰਿਤਮਈ ਬਾਣੀ ਦਾ ਕੀਰਤਨ ਕੀਤਾ ਹੈ। ਜੋ ਭਈ ਜਬ ਮਰਦਾਨੇ ਰਬਾਬ ਵਜਾਇਆ। ਜਦੋਂ ਭਾਈ ਮਰਦਾਨਾ ਸਾਹਿਬ ਜੀ ਨੇ ਰਬਾਬ ਵਜਾਈ ਹੈ, ਸੁਨ ਲਸਕਰ ਬਹੁ ਚਲ ਆਇਆ। ਸਾਹਿਬ ਜੀ ਬਾਣੀ ਦਾ ਕੀਰਤਨ ਕਰਨ ਲੱਗੇ। ਬਾਣੀ ਦਾ ਕੀਰਤਨ ਸੁਣ ਕੇ, ਰਬਾਬ ਦੀ ਧੁਨੀ ਨੂੰ ਸੁਣ ਕੇ, ਬਾਬਰ ਬਾਦਸ਼ਾਹ ਦਾ ਜਿੰਨਾ ਲਸ਼ਕਰ ਸੀ, ਲਸ਼ਕਰ ਫੌਜ ਨੂੰ ਕਹਿੰਦੇ ਨੇ, ਜਿੰਨੀ ਵੀ ਉਹਦੀ ਫੌਜ ਸੀ ਸਾਰੀ ਚੱਲ ਕੇ ਆਈ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ। ਬਾਬਰ ਨੇ ਵੀ ਸੋ ਸੁਨ ਲਿਓ। ਬਾਬਰ ਨੇ ਵੀ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਕੰਨਾਂ ਨਾਲ ਸੁਣਿਆ ਹੈ। ਨਾਨਕ ਹਮਰੇ ਲਸ਼ਕਰ ਆਇਓ। ਮਨ ਵਿੱਚ ਵਿਚਾਰਨ ਲੱਗਾ, ਇਉਂ ਜਾਪਦਾ ਹੈ ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਮੇਰੇ ਲਸ਼ਕਰ ਵਿੱਚ, ਭਾਵ ਮੇਰੀ ਫੌਜ ਦੇ ਵਿੱਚ ਚੱਲ ਕੇ ਆ ਗਏ, ਪਹੁੰਚ ਗਏ ਹਨ। ਬੋਲੋ ਜਾਏ ਦੌਲਤ ਨੇ ਕਹੀ। ਤੇ ਦੌਲਤ ਖਾਂ ਨੇ ਜਾ ਕਰ ਕੇ ਬਾਬਰ ਨੂੰ ਇਹ ਬਚਨ ਕਹੇ ਹਨ ਬਾਬਰ ਦਿਲ ਕਛ ਨਹੀਂ ਚੋ ਭਈ। ਕਿ ਗੁਰੂ ਸਾਹਿਬ ਜੀ ਇੱਥੇ ਆਣ ਪਹੁੰਚੇ ਹਨ, ਚੱਲ ਭਾਈ ਚੱਲ ਕੇ ਦਰਸ਼ਨ ਕਰ ਲੈ। ਇਹ ਗੱਲ ਸੁਣ ਕੇ ਬਾਬਰ ਦੇ ਮਨ ਵਿੱਚ ਥੋੜਾ ਜਿਹਾ ਨਿਹਚਾ ਆ ਗਿਆ। ਜਦੋਂ ਚੱਲਿਆ ਸੀ ਤੇ ਇਹ ਕਹਿੰਦਾ ਸੀ ਵੀ ਹਿੰਦੂ ਪੀਰ ਨੇ ਦੌੜ ਜਾਣਾ ਮੈਨੂੰ ਵੇਖ ਕੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਲਸ਼ਕਰ ਦੇ ਵਿੱਚ ਪਹੁੰਚਿਆ ਵੇਖ ਕੇ ਬਾਬਰ ਨੂੰ ਤਸੱਲੀ ਹੋ ਗਈ। ਤਬ ਬਾਬਰ ਅਸਵਾਰੀ ਮੰਗਾਈ। ਬਾਬਰ ਨੇ ਉਸੇ ਵਕਤ ਆਪਣੀ ਅਸਵਾਰੀ ਮੰਗਾਈ ਹੈ। ਚਾਹਤ ਸਤਿਗੁਰ ਪਾਸੋਂ ਆਈ। ਆਪਣੀ ਅਸਵਾਰੀ ਤੇ ਬਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਜਾਣਾ ਚਾਹੁੰਦਾ ਹੈ। ਦੌਲਤ ਕੋ ਬਾਬਰ ਪੁੱਛ ਲਿਓ। ਦੌਲਤ ਖਾਨ ਨੂੰ ਇਸੇ ਪ੍ਰਕਾਰ ਬਾਬਰ ਨੇ ਪੁੱਛਿਆ। ਭੇਟ ਪੀਰ ਕੀ ਚਾਹੀਏ ਦਿਓ। ਕਹਿਣ ਲੱਗਾ ਦੌਲਤ ਖਾਂ, ਗੁਰੂ ਸਾਹਿਬ ਨੂੰ ਮਿਲਣ ਵਾਸਤੇ ਜਾਣਾ ਹੈ, ਕੋਈ ਨਾ ਕੋਈ ਭੇਟਾ ਤਾਂ ਜ਼ਰੂਰ ਚਾਹੀਦੀ ਹੈ ਨਾ। ਸਾਧੂ ਦੇ ਪਾਸ ਖਾਲੀ ਹੱਥ ਨਹੀਂ ਜਾਈਦਾ, ਕੋਈ ਨਾ ਕੋਈ ਭੇਟਾ ਲੈ ਕੇ ਜਾਈਦੀ ਹੈ। ਤੇ ਮੈਨੂੰ ਦੱਸ ਵੀ ਗੁਰੂ ਸਾਹਿਬ ਨੂੰ ਕਿਹੜੀ ਭੇਟਾ ਅਰਪਣ ਕਰਨੀ ਚਾਹੀਦੀ ਹੈ। ਕਹੀ ਦੌਲਤ ਰਹਿ ਲੈਣ ਨਾ ਜੋਗ। ਇਹ ਗੱਲ ਸੁਣ ਕੇ ਦੌਲਤ ਖਾਂ ਨੇ ਆਖਿਆ ਕਿ ਹੇ ਬਾਦਸ਼ਾਹ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਸੇ ਕੋਲੋਂ ਭੇਟਾ ਨਹੀਂ ਲੈਂਦੇ। ਜਾਪ ਤੁਸੈ ਪੈ ਹੈ ਸਭ ਲੋਗ। ਸਾਰੇ ਲੋਕ ਉਹਨਾਂ ਦੇ ਜਾ ਕੇ ਦਰਸ਼ਨ ਦੀਦਾਰ ਕਰਦੇ ਨੇ। ਰਾਜੇ ਜਾਂਦੇ ਨੇ, ਭਿਖਾਰੀ ਵੀ ਜਾਂਦੇ ਨੇ, ਅਮੀਰ ਜਾਂਦਾ ਹੈ, ਗਰੀਬ ਜਾਂਦਾ ਹੈ। ਹਰ ਪ੍ਰਕਾਰ ਦੇ ਜਿਹੜੇ ਲੋਕ ਹਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ ਕੇ ਹਜ਼ੂਰ ਦੇ ਦਰਸ਼ਨ ਦੀਦਾਰ ਕਰਦੇ ਨੇ। ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਕਿਸੇ ਕੋਲੋਂ ਵੀ ਭੇਟਾ ਦੀ ਲਾਲਸਾ ਨਹੀਂ ਰੱਖਦੇ, ਇੱਛਾ ਨਹੀਂ ਰੱਖਦੇ। ਮੇਰੀ ਪੀਰੀ ਸਾਹਿਬ ਉਸ ਪਾਹੇ। ਮੇਰੀ ਪੀਰੀ ਤਾਂ ਉਹਨਾਂ ਦੇ ਪਾਸ ਹੈ, ਮੇਰੀ ਵੀ ਉਹਨਾਂ ਦੇ ਪਾਸ ਹੈ ਤੇ ਪੀਰੀ ਵੀ ਉਹਨਾਂ ਦੇ ਪਾਸ ਹੈ। ਦੇਖੋਗੇ ਤੁਮ ਨੇੜੇ ਜਾਏ।
ਜਦੋਂ ਤੁਸੀਂ ਨੇੜੇ ਜਾਓਗੇ ਤੇ ਜਾ ਕੇ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖੋਗੇ। ਜਿਨ੍ਹਾਂ ਦੇ ਕੋਲ ਸਾਰਾ ਸੰਸਾਰ ਮੰਗਣ ਵਾਸਤੇ ਆਉਂਦਾ ਹੈ, ਸਾਡੀ ਕੀ ਔਕਾਤ ਹੈ ਕਿ ਉਹਨਾਂ ਨੂੰ ਜਾ ਕੇ ਅਸੀਂ ਕੁਝ ਦੇ ਦਈਏ, ਕੁਝ ਭੇਟਾ ਕਰ ਦਈਏ। ਲੋਕ ਤਾਂ ਉਹਨਾਂ ਦੇ ਦਰ ਤੇ ਜਾ ਕੇ ਮੰਗਤੇ ਬਣ ਕੇ ਮੰਗਦੇ ਨੇ, ਤੇ ਅਸੀਂ ਦਾਤੇ ਬਣ ਕੇ ਕੈਸੇ ਜਾ ਸਕਦੇ ਹਾਂ। ਫਿਰ ਆਪੇ ਬੋਲਿਓ ਸ਼ਾਹੇ, ਇਹ ਬਚਨ ਸੁਣ ਕੇ ਫਿਰ ਆਪ ਬਾਬਰ ਬਾਦਸ਼ਾਹ ਕਹਿਣ ਲੱਗਾ, ਖਾਲੀ ਦਸਤ ਰਹੂ ਹੈ ਸ਼ਾਹੇ। ਆਖਣ ਲੱਗਾ ਕਿ ਜੇ ਖਾਲੀ ਹੱਥ ਜਾਵਾਂਗਾ ਤੇ ਕਿਤੇ ਗੁਰੂ ਸਾਹਿਬ ਇਹ ਨਾ ਕਹਿ ਦੇਣ ਕਿ ਬਾਬਰ ਬਾਦਸ਼ਾਹ ਖਾਲੀ ਰੂਹ ਹੈ, ਇਹਦੇ ਪਾਸ ਕੁਝ ਭੇਟਾ ਕਰਨ ਨੂੰ ਨਹੀਂ। ਇਹ ਗੱਲ ਚੰਗੀ ਨਹੀਂ ਕਿ ਮੈਂ ਖਾਲੀ ਹੱਥ ਮਹਾਰਾਜ ਦੇ ਦਰਸ਼ਨ ਦੀਦਾਰ ਕਰਾਂ। ਦੋਹਰਾ ਰੀਤ ਹਾਥ ਨਾ ਜਾਈਏ, ਪਿਛਕ ਨਿਰਖ ਗੁਰਦੇਵ। ਤਿੰਨ ਹਨ, ਪਹਿਲਾ ਭਿਛਕ ਮੰਗਤਾ, ਦੂਜਾ ਨ੍ਰਿਪ ਰਾਜਾ ਤੇ ਤੀਜਾ ਗੁਰਦੇਵ ਭਾਵ ਗੁਰੂ। ਜਦੋਂ ਇਹਨਾਂ ਤਿੰਨਾਂ ਦੇ ਪਾਸ ਜਾਈਏ ਨਾ ਤੇ ਬਾਬਰ ਕਹਿੰਦਾ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਜੇ ਭਿਖਾਰੀ ਦੇ ਕੋਲ ਗਏ ਹੋ ਤੇ ਤੁਹਾਡੀ ਜੇਬ ਵਿੱਚ ਕੁਝ ਹੋਣਾ ਚਾਹੀਦਾ ਦਾਨ ਕਰਨ ਵਾਸਤੇ। ਜੇ ਰਾਜੇ ਨੂੰ ਮਿਲਣ ਵਾਸਤੇ ਜਾਈਏ ਕੋਈ ਨਾ ਕੋਈ ਭੇਟਾ, ਕੋਈ ਨਾ ਕੋਈ ਤੋਹਫਾ ਜ਼ਰੂਰ ਹੋਣਾ ਚਾਹੀਦਾ। ਜੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਈਏ ਤੇ ਕੋਈ ਨਾ ਕੋਈ ਭੇਟਾ ਚਾਹੀਦੀ ਹੈ, ਭਾਵੇਂ ਕੋਈ ਮਾਇਆ ਭੇਟ ਕਰ ਦਏ, ਭਾਵੇਂ ਕੋਈ ਫੁੱਲ ਹੀ ਲਿਆ ਕੇ ਮਹਾਰਾਜ ਨੂੰ ਭੇਟ ਕਰ ਦਏ। ਯਾਨੀ ਕਿ ਤਿੰਨਾਂ ਦੇ ਪਾਸ ਜਦੋਂ ਜਾਈਏ ਤੇ ਕਦੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਆਗੇ ਬਿਨ ਧਰੀ ਵੈ ਫਿਰ ਅੱਗੋਂ ਨਾ ਦੇਵ। ਬਾਬਰ ਕਹਿੰਦਾ ਕਿ ਨਾ ਮਹਾਪੁਰਸ਼ਾਂ ਦੇ ਅੱਗੇ ਜਿੰਨੀ ਦੇਰ ਤੱਕ ਭੇਟਾ ਨਹੀਂ ਨਾ ਰੱਖਦੇ, ਓਨੀ ਦੇਰ ਤੱਕ ਅੱਗੋਂ ਵਰਦਾਨ ਨਹੀਂ ਦਿੰਦੇ, ਵਰ ਨਹੀਂ ਦਿੰਦੇ। ਉਹ ਵਰ ਤਾਂ ਹੀ ਦੇਣਗੇ ਜੇ ਅਸੀਂ ਉਹਨਾਂ ਨੂੰ ਭੇਟਾਵਾਂ ਦੇਵਾਂਗੇ, ਉਹਨਾਂ ਨੂੰ ਖੁਸ਼ ਕਰਾਂਗੇ। ਜਦੋਂ ਸਾਧੂ ਸੰਤ ਪ੍ਰਸੰਨ ਹੋ ਜਾਣ, ਸੇਵਾ ਵੇਖ ਕੇ, ਭੇਟਾ ਵੇਖ ਕੇ, ਫਿਰ ਉਹ ਵਰਦਾਨ ਦਿੰਦੇ ਹਨ। ਦੌਲਤ ਖਾਂ ਕਹਿਣ ਲੱਗਾ ਚਲੋ ਠੀਕ ਹੈ, ਕੋਈ ਨਾ ਕੋਈ ਭੇਟਾ ਜਿਹੜੀ ਹੈ ਉਹ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਲੈ ਲਓ। ਜੋ ਤੇਰੀ ਆਪਣੀ ਸ਼ਰਧਾ, ਜੋ ਤੇਰੀ ਭਾਵਨਾ ਹੈ ਨਾ, ਉਹ ਭੇਟਾ ਮਹਾਰਾਜ ਦੇ ਸਨਮੁਖ ਜਾ ਕੇ ਭੇਟ ਕਰ ਦੇਵੀਂ। ਬਾਬਰ ਨੇ ਕੀ ਕੀਤਾ, ਉਹਨੇ ਸੁੱਖਾ ਜਿਹੜਾ ਹੁੰਦਾ ਨਾ, ਜਿਹਨੂੰ ਭੰਗ ਕਹਿ ਦਿੰਦੇ ਆਪਾਂ, ਉਹਨੇ ਸੁੱਖਾ ਜਿਹੜੀ ਭੰਗ ਸੀ ਨਾ ਉਹ ਲੈ ਕੇ ਤੇ ਉਹਦਾ ਇੱਕ ਛੋਟਾ ਜਿਹਾ ਥੈਲਾ ਭਰ ਲਿਆ ਹੈ। ਇਸ ਤਰ੍ਹਾਂ ਮਹਾਰਾਜ ਦੇ ਚਰਨਾਂ ਵਿੱਚ ਜਾ ਪਹੁੰਚਿਆ। ਜਿੱਥੇ ਹਜ਼ੂਰ ਨੇ ਡੇਰਾ ਕੀਤਾ ਸੀ, ਘੋੜੇ ਤੋਂ ਉਤਰ ਕੇ ਤੇ ਉਹ ਜਿਹੜਾ ਥੈਲਾ ਸੀ ਉਹ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਭੇਟ ਕੀਤਾ ਤੇ ਨਮਸਕਾਰ ਕੀਤੀ ਹੈ। ਸਤਿਗੁਰਾਂ ਨੇ ਬਾਬਰ ਦਾ ਆਦਰ ਸਤਿਕਾਰ ਕਰਦਿਆਂ ਹੋਇਆਂ ਇਹ ਬਚਨ ਬਾਬਰ ਨੂੰ ਨਾਲ ਕਹਿ ਦਿੱਤਾ। ਸਤਿਗੁਰੂ ਕਹਿੰਦੇ, ਬਾਬਰ ਤੂੰ ਸਾਡੇ ਤੇ ਇੰਨਾ ਗੁੱਸਾ ਕਿਉਂ ਕੀਤਾ ਹੈ? ਅਸੀਂ ਕਿਹੜਾ ਤੇਰਾ ਕੋਈ ਰਾਹ ਰੋਕਿਆ ਹੈ, ਰਸਤਾ ਰੋਕਿਆ ਹੈ? ਤੂੰ ਕਾਬਲ ਤੋਂ ਜਦੋਂ ਚੱਲਣ ਲੱਗਾ ਸੀ ਤੇਰੇ ਮਨ ਵਿੱਚ ਬੜਾ ਰੋਸ ਸੀ, ਬੜਾ ਗੁੱਸਾ ਸੀ ਸਾਡੇ ਪ੍ਰਤੀ। ਸਤਿਗੁਰੂ ਕਹਿੰਦੇ, ਅਸੀਂ ਕਿਹੜਾ ਤੇਰੀ ਜ਼ਮੀਨ ਤੇ ਕਬਜ਼ਾ ਕਰ ਲਿਆ? ਆ ਵੇਖ, ਅਸੀਂ ਰੋੜੀਆਂ ਦੇ ਉੱਤੇ ਬੈਠੇ ਆ ਨਾ, ਗੁਰਦੁਆਰਾ ਰੋੜੀ ਸਾਹਿਬ, ਉੱਥੇ ਮਹਾਰਾਜ ਚੌਂਕੜਾ ਮਾਰ ਕੇ ਬੈਠੇ ਸਨ। ਰੋੜੀ ਦੀ ਸੇਜ ਵਿਛਾਈ ਸੀ, ਉਹਦੇ ਉੱਤੇ ਬੈਠੇ ਹੋਏ ਸਨ। ਆ ਵੇਖ, ਰੋੜਾਂ ਦੀ ਸੇਜ ਉੱਪਰ ਬੈਠੇ ਹੋਏ ਆ, ਅਸੀਂ ਕਿਹੜਾ ਤੇਰਾ ਰਾਹ ਰੋਕ ਲਿਆ ਜਿਹੜਾ ਤੂੰ ਸਾਡੇ ਤੇ ਇੰਨਾ ਗੁੱਸਾ ਗਿਲਾ ਕਰਦਾ ਹੈ? ਸਤਿਗੁਰ ਜੀ ਕਹਿੰਦੇ, ਜਦੋਂ ਤੂੰ ਆ ਰਿਹਾ ਸੀ ਪੰਜਾਬ ਹਿੰਦੁਸਤਾਨ ਨੂੰ, ਆਪਣੇ ਚਿੱਤ ਦੇ ਵਿੱਚ ਇਹ ਗੱਲ ਚਿਤਵਦਾ ਸੀ, ਜਾ ਕੇ ਨਾ ਮੈਂ ਜੋ ਪੀਰ ਝੂਠਾ ਹੋਇਆ ਤੇ ਉਹਨੂੰ ਸਜ਼ਾ ਜ਼ਰੂਰ ਦਿਆਂਗਾ। ਤੇਰੇ ਦਿਲ ਵਿੱਚ ਜੋ ਭਾਇਆ ਚੰਗਾ ਲੱਗਦਾ ਨਾ, ਜਿਹੜੀ ਸਜ਼ਾ ਤੂੰ ਦੇਣਾ ਚਾਹੁੰਦਾ ਸਾਨੂੰ ਦੇ ਦੇ। ਸਤਿਗੁਰ ਜੀ ਕਹਿੰਦੇ, ਅਸੀਂ ਕੱਚੇ ਹਾਂ ਜਾਂ ਪੱਕੇ ਹਾਂ। ਇਹ ਗੱਲ ਤੇਰੇ ਹਿਰਦੇ ਵਿੱਚ ਵਸੀ ਹੋਈ ਸੀ ਕਿ ਪਰਖਾਂਗਾ ਕਿ ਨਾਨਕ ਪੀਰ ਜੀ ਕੱਚੇ ਕਿ ਪੱਕੇ ਨੇ। ਲੈ ਭਾਈ, ਤੇਰੇ ਸਾਹਮਣੇ ਬੈਠੇ ਆ, ਪਰਖ ਕੇ ਵੇਖ ਲੈ ਕਿ ਅਸੀਂ ਕੱਚੇ ਆ ਕਿ ਪੱਕੇ ਹਾਂ। ਸਤਿਗੁਰੂ ਕਹਿੰਦੇ, ਅਸੀਂ ਸੱਚ ਦੀ ਕਮਾਈ ਕਰਦੇ ਆ ਜਾਂ ਅਸੀਂ ਝੂਠ ਦੀ ਕਮਾਈ ਕਰਦੇ ਆ? ਅਸੀਂ ਸੱਚੇ ਆ ਕਿ ਝੂਠੇ ਹਾਂ?
ਜਾਈ। ਇਹ ਗੱਲ ਤੂੰ ਕਹੀ ਸੀ ਕਿ ਜਦੋਂ ਨੇੜੇ ਜਾਵਾਂਗਾ ਨਾ ਫਿਰ ਨਾਨਕ ਪੀਰ ਨੂੰ ਮੈਂ ਵੇਖਾਂਗਾ ਕਿ ਉਹ ਸੱਚਾ ਝੂਠਾ ਹੈ। ਲੈ ਭਾਈ ਹੁਣ ਆ ਗਏ ਆ ਨਾ, ਪਰਖ ਅਸੀਂ ਸੱਚੇ ਆ ਕਿ ਝੂਠੇ ਆ, ਪਰਖ ਕਰੇਗਾ ਤੇ ਤੈਨੂੰ ਪਤਾ ਲੱਗ ਜਾਏਗਾ। ਸਾਚੋ ਹੋਏ ਤੂੰ ਕਰਹਿਓ ਪੀਰ। ਨਾਲ ਇਹ ਵੀ ਗੱਲ ਆਖੀ ਸੀ ਜੇ ਨਾਨਕ ਪੀਰ ਜੀ ਸੱਚੇ ਹੋਏ ਨਾ ਤੇ ਉਹਨਾਂ ਨੂੰ ਮੈਂ ਆਪਣਾ ਪੀਰ ਮੰਨ ਲਵਾਂਗਾ, ਝੂਠੋ ਹੋਏ ਹਿੰਦੂ ਦੇਵ ਚੀਰ। ਤੇ ਜੇ ਨਾਨਕ ਝੂਠਾ ਹੋਇਆ ਤੇ ਉਸ ਹਿੰਦੂ ਨੂੰ ਮੈਂ ਪਕੜ ਕੇ ਚੀਰ ਦਿਆਂਗਾ, ਭਾਵ ਉਹਦਾ ਨਾਸ਼ ਕਰ ਦਿਆਂਗਾ। ਦੋਹਰਾ ਸਾਚ ਸੁ ਸਾਹਿਬ ਘਰ ਹੈ, ਹੋਰ ਸਾਚ ਦੇਖ ਨਾਹੇ। ਸਤਿਗੁਰੂ ਕਹਿਣ ਲੱਗੇ ਹੈ ਬਾਬਰ, ਜਿਹੜਾ ਸੱਚ ਹੈ ਨਾ ਉਹ ਕੇਵਲ ਸਾਹਿਬ ਦੇ ਘਰ ਦੇ ਵਿੱਚ ਹੈ। ਤਾਂ ਹੀ ਆਪਾਂ ਕਹਿੰਦੇ ਆ ਸੱਚਖੰਡ, ਉਹ ਹਿੱਸਾ, ਖੰਡ ਟੁਕੜੇ ਨੂੰ ਕਹਿੰਦੇ ਨੇ ਹਿੱਸੇ ਨੂੰ, ਉਹ ਹਿੱਸਾ ਜਿੱਥੇ ਸੱਚ ਦਾ ਨਿਵਾਸ ਹੈ, ਜਿੱਥੇ ਪਰਮੇਸ਼ਰ ਆਪ ਵਸਦਾ, ਜਿੱਥੇ ਉਹ ਸੱਚਾ ਸਾਹਿਬ ਆਪ ਰਹਿੰਦਾ ਨਾ, ਸੱਚ ਦਾ ਵਾਸਾ ਵੀ ਬਾਬਰ ਉੱਥੇ ਹੈ। ਔਰ ਸਾਚ ਦਿਖ ਨਾ ਹੈ, ਹੋਰ ਸੱਚ ਕਿਤੇ ਨਜ਼ਰ ਆਉਂਦਾ ਹੀ ਨਹੀਂ। ਬਾਣੀ ਨੇ ਵੀ ਬਚਨ ਫਰਮਾਨ ਕੀਤਾ ਹੈ, ਸੱਚ ਚੰਦਰਮਾ, ਸੱਚ ਦਾ ਜਿਹੜਾ ਚੰਦਰਮਾ ਹੈ ਦਿਸੈ ਨਾਹੀ ਕਹਿ ਚੜਿਆ। ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਕੂੜ ਦੀ ਅਮਾਵਸ, ਜਿਵੇਂ ਮੱਸਿਆ ਦੀ ਰਾਤ ਹੁੰਦੀ ਨਾ, ਕਾਲੀ ਬੋਲੀ ਰਾਤ, ਹਨੇਰਾ ਛਾ ਜਾਂਦਾ ਚਾਰ ਚਫੇਰੇ। ਮਹਾਰਾਜ ਕਹਿੰਦੇ ਸਾਰੇ ਸੰਸਾਰ ਦੇ ਵਿੱਚ ਝੂਠ ਦੀ ਮੱਸਿਆ ਦੀ ਰਾਤ ਛਾਈ ਹੋਈ, ਕੂੜ ਅਮਾਵਸ। ਸੱਚ ਚੰਦਰਮਾ, ਜਿਹੜਾ ਸੱਚ ਦਾ ਚੰਦਰਮਾ ਹੈ, ਦਿਸੈ ਨਾਹੀ ਕਹਿ ਚੜਿਆ, ਮੈਨੂੰ ਨਜ਼ਰ ਨਹੀਂ ਆ ਰਿਹਾ ਵੀ ਉਹ ਕਿੱਥੇ ਚੜਿਆ ਹੋਇਆ ਹੈ। ਸੱਚ ਤਾਂ ਵਾਹਿਗੁਰੂ ਦੇ ਘਰ ਵਿੱਚ ਹੀ ਰਹਿ ਗਿਆ। ਸੰਸਾਰ ਵਿੱਚ ਸੱਚ ਜਿਹੜਾ ਵੇਖਿਆ ਭਾਲਿਆ ਨਜ਼ਰ ਨਹੀਂ ਆ ਰਿਹਾ। ਗੁਰੂ ਪੀਰ ਪਾਤਸ਼ਾਹੇ ਸ਼ਾਹ, ਦੇਖੈ ਬਹੁ ਪਤਿਆਹੇ। ਗੁਰੂ ਸਾਹਿਬ ਜੀ ਕਹਿੰਦੇ ਗੁਰੂ ਪੀਰ ਪਾਤਸ਼ਾਹ ਜਿਹੜੇ ਹੁੰਦੇ ਨੇ ਨਾ, ਦੇਖੈ ਬਹੁ ਪਤੀ ਆਏ, ਤੇ ਕਹਿੰਦੇ ਜਦੋਂ ਉਹਨਾਂ ਨੂੰ ਪਰਖੀਦਾ ਨਾ, ਅਜਮਾਈਦਾ, ਫਿਰ ਉਹਨਾਂ ਦਾ ਪਤਾ ਲੱਗਦਾ ਹੈ। ਕਰਾਮਾਤ ਹਮ ਤੂੰ ਦਿਖੈ, ਸੋ ਹਮ ਦਿਖਾਵੇ ਨਾਹੇ। ਗੁਰੂ ਸਾਹਿਬ ਜੀ ਕਹਿੰਦੇ ਤੇਰੇ ਮਨ ਵਿੱਚ ਇਹ ਵੀ ਲਾਲਸਾ ਸੀ ਕਿ ਮੈਨੂੰ ਨਾਨਕ ਪੀਰ ਜੀ ਕਰਾਮਾਤ ਵਿਖਾਉਣ, ਪਰ ਸਤਿਗੁਰੂ ਕਹਿੰਦੇ ਅਸੀਂ ਤੈਨੂੰ ਕਰਾਮਾਤ ਨਹੀਂ ਵਿਖਾਉਣੀ। ਭਾਵੇਂ ਤੇਰੇ ਅੰਦਰ ਜਿੰਨੀ ਮਰਜ਼ੀ ਲਾਲਸਾ ਹੋਵੇ, ਤੂੰ ਜਿੰਨਾ ਮਰਜ਼ੀ ਡਰਾਵੇ ਸਾਨੂੰ, ਅਸੀਂ ਤੈਨੂੰ ਕਰਾਮਾਤ ਕਦੇ ਨਹੀਂ ਵਿਖਾਵਾਂਗੇ। ਕਰਾਮਾਤ ਮੈਂ ਕਹਿ ਰਹਿ, ਸੋ ਰੱਬੋ ਦੂਰ ਕਰਾਏ। ਕਰਾਮਾਤ ਕਹਿਰ ਨੂੰ ਕਹਿੰਦੇ ਨੇ, ਕਰਾਮਾਤ ਕਹਿਰ ਹੁੰਦੀ ਹੈ, ਇਹ ਰੱਬ ਤੋਂ ਦੂਰ ਕਰ ਦਿੰਦੀ ਹੈ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ, ਬਾਣੀ ਦਾ ਫੈਸਲਾ ਹੈ। ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਆਪਣੀ ਪਾਵਨ ਬਾਣੀ ਵਿੱਚ ਵੀ ਫਰਮਾਨ ਕਰਦੇ ਨੇ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਅੰਦਰ, ਕਿ ਕਰਾਮਾਤ ਜਿਹੜੀ ਵਿਖਾਉਣੀ ਹੈ ਨਾ, ਪ੍ਰਭ ਲੋਗਨ ਸਿਓ ਆਵਤ ਲਾਜਾ। ਪ੍ਰਭੂ ਦੇ ਜਿਹੜੇ ਪਿਆਰੇ ਹੁੰਦੇ ਨੇ ਨਾ, ਉਹਨਾਂ ਨੂੰ ਇਹਦੇ ਤੋਂ ਸ਼ਰਮ ਆਉਂਦੀ ਹੈ। ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕਹੇ ਆਵਤ ਲਾਜਾ। ਨਾਟਕ ਚੇਟਕ ਵਿਖਾਉਣੇ, ਕਰਾਮਾਤ ਵਿਖਾਉਣੀ, ਲੋਕਾਂ ਨੂੰ ਪ੍ਰਸੰਨ ਕਰ ਲੈਣਾ, ਮੇਰੇ ਵਿੱਚ ਆਹ ਸ਼ਕਤੀ, ਮੇਰੇ ਵਿੱਚ ਆਹ ਸ਼ਕਤੀ ਹੈ। ਇਹ ਜਿਹੜੇ ਮਾੜੇ ਕੰਮ ਨੇ, ਪ੍ਰਭੂ ਦੇ ਪਿਆਰਿਆਂ ਨੂੰ ਤਾਂ ਸ਼ਰਮ ਆਉਂਦੀ ਹੈ ਇਹੋ ਜਿਹੇ ਨਾਟਕ ਚੇਟਕ ਕਰਦਿਆਂ ਹੋਇਆ। ਇਸ ਕਰਕੇ ਸਾਨੂੰ ਵੀ ਇਹ ਕਰਾਮਾਤ ਵਿਖਾਣੀ ਭਾਉਂਦੀ ਨਹੀਂ, ਚੰਗੀ ਨਹੀਂ ਲੱਗਦੀ। ਸੋ ਰੱਬੋਂ ਦੂਰ ਕਰਾਏ, ਇਹ ਕਰਾਮਾਤ ਰੱਬ ਤੋਂ ਦੂਰ ਕਰਾ ਦਿੰਦੀ ਹੈ। ਜੋ ਭਈ ਕਰਾਮਾਤ ਹੋਏ ਜਾਂ ਕੇ ਪਾਹੀ। ਇਸ ਤਰ੍ਹਾਂ ਜਿਹਦੇ ਪਾਸ ਭਾਈ ਕਰਾਮਾਤ ਹੁੰਦੀ ਹੈ, ਕਿਉਂ ਨਾ ਕਰੇ ਪਾਤਸ਼ਾਹੀ। ਫਿਰ ਉਹ ਆਪ ਪਾਤਸ਼ਾਹੀ ਕਿਉਂ ਨਹੀਂ ਕਰ ਸਕਦਾ। ਜੇ ਕੋਈ ਕਰਾਮਾਤ ਨਾਲ ਕਿਸੇ ਨੂੰ ਪਾਤਸ਼ਾਹੀ ਦੇ ਦੇ, ਤੇ ਫਿਰ ਉਹ ਆਪ ਵੀ ਤਾਂ ਪਾਤਸ਼ਾਹੀ ਬਣ ਸਕਦਾ ਨਾ। ਐਗਜ਼ਾਮਪਲ ਦੇ ਤੌਰ ਤੇ ਜਿਵੇਂ ਅੱਜ ਕੱਲ੍ਹ ਆ ਜੋਤਸੀ ਨਜ਼ੂਮੀ ਆਦਿਕ ਬੈਠੇ ਹੁੰਦੇ ਨੇ, ਮੁਸਲਮਾਨ ਨਜ਼ੂਮੀਆਂ ਨੂੰ ਮੰਨਦੇ ਨੇ। ਸਾਡੇ ਆ ਸਨਾਤਨ ਮਤ ਹਿੰਦੂ ਮਤ ਵਿੱਚ ਜੋਤਸੀ ਹੁੰਦੇ ਨੇ, ਜੋਤ ਸ਼ਾਸਤਰ ਪੜ੍ਹ ਕੇ ਤੇ ਅੱਗੋਂ ਲੋਕਾਂ ਦਾ ਇਲਾਜ ਕਰਦੇ ਨੇ। ਸੀ ਪੁਰਾਣੇ ਸਮੇਂ ਵਿੱਚ ਜੋਤ ਸ਼ਾਸਤਰ ਸੀ, ਅੱਜ ਵੀ ਹੈ, ਪਰ ਉਹਨੂੰ ਸਮਝਣ ਵਾਲੇ ਪਰਖਣ ਵਾਲੇ ਹੁਣ ਬਹੁਤ ਘੱਟ ਰਹਿ ਗਏ। ਕਹਿ ਲਓ ਵੀ ਕਰੋੜਾਂ ਵਿੱਚੋਂ ਇੱਕ ਅੱਧਾ ਹੀ ਹੈ, ਬਾਕੀ ਸਭ ਪਖੰਡੀ ਬੈਠੇ ਹੋਏ ਨੇ। ਆਖਦੇ ਨੇ ਵੀ ਅਸੀਂ ਤੁਹਾਡਾ ਇਲਾਜ ਕਰ ਦਿਆਂਗੇ, ਤੁਹਾਡਾ ਸਮਾਧਾਨ ਕਰ ਦਿਆਂਗੇ, ਤੁਹਾਡੇ ਕੋਲ ਮਾਇਆ ਨਹੀਂ, ਤੁਸੀਂ ਕਰੋੜਾਂਪਤੀ ਬਣ ਜਾਓਗੇ। ਆਪ 5-500 ਰੁਪਏ ਪਿੱਛੇ ਲੋਕਾਂ ਦਾ ਸਮਾਧਾਨ ਕਰਦੇ ਫਿਰਦੇ ਨੇ। ਉਹ ਭਲਿਆ ਮਾਨਸਾ ਆਪਣਾ ਹੀ ਸਮਾਧਾਨ ਕਰ ਲੈ। ਤੂੰ ਲੋਕਾਂ ਕੋਲੋਂ 5-500 ਮੰਗਦਾ ਪਿਆ ਕਿ ਮੇਰੇ ਘਰ ਦਾ ਗੁਜ਼ਾਰਾ ਚੱਲੇ, ਤੇ ਜਿਨ੍ਹਾਂ ਨੂੰ ਕਰੋੜਾਂ ਦੇਣਾ ਪਿਆ
ਉਹਨਾਂ ਨੂੰ ਕਰੋੜਾਂ ਦੇਣ ਦੀ ਬਜਾਏ ਆਪਣਾ ਹੀ ਸਮਾਧਾਨ ਕਰ ਲੈਣਾ ਜੇ ਤੇਰੇ ਆਪਣੇ ਪੱਲੇ ਕੁਝ ਹੈ। ਬਸ ਕੇਵਲ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਇਹਨਾਂ ਭੇਖ ਵਿਖਾ ਵਿਖਾ ਕੇ ਲੋਕਾਂ ਨੂੰ ਆਪਣੇ ਵਸ ਕੀਤਾ ਹੋਇਆ ਹੈ। ਸੋ ਇਸ ਕਰਕੇ ਸਾਧ ਸੰਗਤ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਜੇਕਰ ਕਿਸੇ ਕੋਲ ਕਰਾਮਾਤ ਹੋਵੇ ਉਹ ਆਪ ਵੀ ਪਾਤਸ਼ਾਹੀ ਕਰ ਸਕਦਾ ਹੈ, ਆਪ ਵੀ ਬਾਦਸ਼ਾਹ ਬਣ ਸਕਦਾ ਹੈ। ਕਰਾਮਾਤ ਕਹੋ ਪਾਸ ਰਸੂਲ। ਤੇ ਸਤਿਗੁਰੂ ਜੀ ਕਹਿੰਦੇ ਹਨ ਭਾਈ ਜੇ ਕਰਾਮਾਤ ਵੇਖਣੀ ਹੈ ਬਾਬਰ ਜਾ ਆਪਣੇ ਰਸੂਲ ਨੂੰ ਕਹਿ, ਭਾਵ ਹਜ਼ਰਤ ਮੁਹੰਮਦ ਸਾਹਿਬ ਨੂੰ ਕਹਿ। ਹਜ਼ਰਤ ਮੁਹੰਮਦ ਸਾਹਿਬ ਤੈਨੂੰ ਕਰਾਮਾਤ ਵਿਖਾਉਣਗੇ। ਖੁਦਾਏ ਮਨ ਜਿਸ ਕਰੈ ਕਬੂਲ। ਇਹ ਤੁਸੀਂ ਕਹਿੰਦੇ ਹੋ ਕਿ ਖੁਦਾ ਉਹਦੀ ਅਰਦਾਸ ਆਪਣੇ ਦਰ ਤੇ ਕਬੂਲ ਕਰਦਾ ਹੈ। ਉਹਦੇ ਸੇਵਕ ਉਹਦੇ ਪਿਆਰੇ ਜਿਹੜੇ ਹਨ ਮੁਹੰਮਦ ਸਾਹਿਬ ਜੀ ਦੇ, ਜੋ ਮੰਗਦੇ ਨੇ ਮੁਹੰਮਦ ਸਾਹਿਬ ਰੱਬ ਕੋਲੋਂ ਖੁਦਾ ਕੋਲੋਂ ਲੈ ਕੇ ਦੇ ਦਿੰਦੇ ਨੇ। ਇਸ ਕਰਕੇ ਜੇ ਕਰਾਮਾਤ ਵੇਖਣੀ ਤੇ ਜਾ ਮੁਹੰਮਦ ਸਾਹਿਬ ਜੀ ਨੂੰ ਆਖੋ ਤੈਨੂੰ ਕਰਾਮਾਤ ਵਿਖਾਉਣਗੇ। ਕਰਾਮਾਤ ਜੋ ਜਗਤ ਦਿਖਾਵੇ। ਸਤਿਗੁਰੂ ਜੀ ਕਹਿੰਦੇ ਜੇਕਰ ਕੋਈ ਮਨੁੱਖ ਸੰਸਾਰ ਵਿੱਚ ਕਰਾਮਾਤ ਵੀ ਵਿਖਾਉਂਦਾ ਹੈ ਲੋਕ ਕਿਸ ਬਹੁ ਸੰਤਾਵੇ। ਜਗਤ ਦੇ ਲੋਕ ਫਿਰ ਉਹਨੂੰ ਸਤਾਉਂਦੇ ਨੇ, ਬੜਾ ਤੰਗ ਕਰਦੇ ਹਨ। ਜਿਹੜਾ ਖੁਦਾ ਦੇ ਨਜ਼ਦੀਕ ਰਹਿੰਦਾ ਹੈ, ਖੁਦਾ ਦੇ ਪਾਸ ਰਹਿੰਦਾ ਹੈ, ਉਹ ਕਰਾਮਾਤ ਤੋਂ ਦੂਰ ਰਹਿੰਦਾ ਹੈ। ਭੇਦ ਨਾ ਕਿਸੇ ਦੇਣ। ਰੱਬ ਦੇ ਨੇੜੇ ਰਹਿਣ ਵਾਲੇ ਜਿਹੜੇ ਨੇ ਨਾ ਉਹ ਤਾਂ ਭੇਦ ਨਹੀਂ ਕਿਸੇ ਨੂੰ ਦਿੰਦੇ। ਕਰਾਮਾਤ ਵਿਖਾਉਣੀ ਤਾਂ ਦੂਰ ਦੀ ਗੱਲ ਹੈ, ਲੁੱਕੇ ਹੀ ਰਹਿੰਦੇ ਹਨ। ਕਰਾਮਾਤ ਤੁਮ ਦੇਖੀ ਚਾਹੋ। ਜੇ ਤੂੰ ਕਰਾਮਾਤ ਵੇਖਣਾ ਚਾਹੁੰਦਾ ਹੈ ਸਤਿਗੁਰੂ ਕਹਿੰਦੇ ਬਾਬਰ ਇਹ ਵੀ ਅੱਛੀ ਗੱਲ ਨਹੀਂ, ਚੰਗੀ ਗੱਲ ਨਹੀਂ। ਹੇ ਬਾਬਰ ਕਰਾਮਾਤ ਦੋ ਪ੍ਰਕਾਰ ਦੀ ਹੁੰਦੀ ਹੈ। ਹਾਂ, ਇੱਕ ਮਿਹਰ ਹੁੰਦੀ ਹੈ ਤੇ ਇੱਕ ਕਹਿਰ ਹੁੰਦਾ ਹੈ। ਇੱਕ ਮਿਹਰ ਦੀ ਕਰਾਮਾਤ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਪੁੱਛੀਏ ਕਰਾਮਾਤ ਕਿਸ ਨੂੰ ਕਹਿੰਦੇ ਨੇ? ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ। ਇਹ ਹੁੰਦੀ ਮਿਹਰ, ਮਿਹਰ ਦੀ ਕਰਾਮਾਤ। ਨਾਨਕ ਸਾ ਕਰਮਾਤ ਅਸਲ ਵਿੱਚ ਉਹ ਕਰਾਮਾਤ ਉਹ ਬਖਸ਼ਿਸ਼ ਹੈ ਜਦੋਂ ਸਾਹਿਬ ਟੁੱਟ ਜਾਵੇ ਨਾ, ਖੁਸ਼ ਹੋ ਜਾਏ, ਪ੍ਰਸੰਨ ਹੋ ਜਾਏ। ਮਾਲਕ ਦੇ ਪ੍ਰਸੰਨ ਹੁੰਦਿਆਂ ਜੋ ਮਿਲ ਜਾਏ ਉਹਨੂੰ ਕਹਿੰਦੇ ਮਿਹਰ ਦੀ ਕਰਾਮਾਤ। ਤੇ ਦੂਜੀ ਹੁੰਦੀ ਹੈ ਕਹਿਰ ਦੀ ਕਰਾਮਾਤ। ਜਦੋਂ ਫਿਰ ਕਹਿਰ ਵਰਤਦਾ ਹੈ ਤੇ ਜਦੋਂ ਫਿਰ ਕੋਈ ਮਨੁੱਖ ਕਰਾਮਾਤ ਵਿਖਾ ਕੇ ਦੂਜਿਆਂ ਦਾ ਨੁਕਸਾਨ ਕਰ ਦਿੰਦਾ, ਦੂਜਿਆਂ ਦਾ ਖਾਤਮਾ ਕਰ ਦਿੰਦਾ, ਉਹਨੂੰ ਕਹਿਰ ਕਹਿੰਦੇ ਨੇ। ਕਰਾਮਾਤ ਆਪਣੇ ਆਪ ਲਈ ਜਾਂ ਆਪਣੇ ਲਾਭ ਲਈ ਵਰਤਣੀ ਉਹ ਕਹਿਰ ਹੈ, ਪਰ ਕਰਾਮਾਤ ਕਿਸੇ ਦੇ ਭਲੇ ਲਈ ਵਰਤ ਲੈਣੀ ਉਹ ਮਿਹਰ ਹੈ। ਗੁਰੂ ਨਾਨਕ ਸਾਹਿਬ ਕਰਾਮਾਤ ਵਿਖਾਉਂਦੇ ਰਹੇ ਲੋਕਾਂ ਦੇ ਭਲੇ ਵਾਸਤੇ। ਆਪਣੇ ਭਲੇ ਲਈ ਕਰਾਮਾਤ ਵਿਖਾਣੀ ਹੁੰਦੀ ਤੇ ਤੱਤੀ ਲੋਹ ਤੇ ਕਿਉਂ ਬਹਿੰਦੇ? ਆਪਣੇ ਭਲੇ ਲਈ ਕਰਾਮਾਤ ਵਿਖਾਣੀ ਹੁੰਦੀ ਤੇ ਨੌਵੇਂ ਪਾਤਸ਼ਾਹ ਨੂੰ ਸੀਸ ਦੇਣ ਦੀ ਕੀ ਲੋੜ ਸੀ? ਉਹ ਤਾਂ ਕਰਾਮਾਤ ਦੇ ਨਾਲ ਹੀ ਸਭ ਕੁਝ ਤਬਾਹ ਕਰ ਸਕਦੇ ਸਨ। ਭਾਈ ਮਤੀ ਦਾਸ ਵਰਗੇ ਸਿੱਖਾਂ ਨੇ ਕਹਿ ਦਿੱਤਾ ਸੀ ਮਹਾਰਾਜ ਹੁਕਮ ਕਰੋ, ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ। ਉਹ ਵੀ ਕਰਾਮਾਤੀ ਸਿੱਖ ਸਨ। ਨਹੀਂ ਸਿੱਖੋ, ਆਪਾਂ ਕਰਾਮਾਤ ਨਹੀਂ ਵਿਖਾਉਣੀ, ਰਜ਼ਾ ਵਿੱਚ ਰਹਿਣਾ। ਤੇ ਜਿੱਥੇ ਲੋੜ ਪਈ ਮਿਹਰ ਵਿੱਚ ਆ ਗਏ, ਜਿੱਥੇ ਅਤਿਆਚਾਰ ਹੋ ਰਿਹਾ ਸੀ, ਲੋਕ ਮਾੜੇ ਰਾਹ ਜਾ ਰਹੇ ਸਨ, ਉੱਥੇ ਲੋਕਾਂ ਦੇ ਭਲੇ ਵਾਸਤੇ ਕਰਾਮਾਤ ਵਿਖਾਈ। ਉਹ ਹੁੰਦੀ ਮਿਹਰ ਦੀ ਕਰਾਮਾਤ। ਦੂਜਾ ਹੁੰਦਾ ਕਹਿਰ, ਆਪਣੇ ਆਪ ਲਈ ਕਰਾਮਾਤ ਵਿਖਾਉਣੀ, ਲੋਕਾਂ ਦਾ ਨੁਕਸਾਨ ਕਰਨ ਲਈ ਕਰਾਮਾਤ ਵਿਖਾਉਣੀ। ਜਿਵੇਂ ਪੀਰ ਹਮਜਾ ਗੌਸ ਸੀ ਨਾ, ਤੇ ਪੀਰ ਹਮਜਾ ਗੌਸ ਨੇ ਸਾਧ ਸੰਗਤ ਜੀ ਸਿਆਲਕੋਟ ਵਿੱਚ ਸੇਠ ਨੂੰ 2 ਪੁੱਤਰ ਦਿੱਤੇ ਸਨ। ਆਖਿਆ ਵੀ ਇੱਕ ਮੈਨੂੰ ਦੇ ਦੇਈ। ਜਦੋਂ 2 ਪੁੱਤਰ ਹੋ ਗਏ, ਉਹ ਸ਼ੁਕਰਾਨਾ ਕਰਨ ਵਾਸਤੇ ਆਇਆ ਪੀਰ ਹਮਜਾ ਗੌਸ ਦਾ। ਤੇ ਹਮਜਾ ਗੌਸ ਕਹਿੰਦਾ ਵੀ ਇੱਕ ਪੁੱਤਰ ਮੇਰਾ ਮੈਨੂੰ ਦੇ। ਹੁਣ ਸੇਠ ਆਖੇ ਵੀ ਮੈਂ ਕਿਉਂ ਦਿਆਂ? ਹੁਣ ਪੁੱਤਰ ਸਨ ਨਾ। ਕਹਿੰਦਾ ਨਾ ਜੀ ਇਹ ਨਹੀਂ ਦੇ ਸਕਦਾ, ਪੈਸੇ ਜਿੰਨੇ ਮਰਜ਼ੀ ਲੈ ਲਓ। ਪੀਰ ਹਮਜਾ ਗੌਸ ਗੁੱਸੇ ਨਾਲ ਭਰ ਗਿਆ। ਆਉਣ ਵਾਲੇ 40ਵੇਂ ਦਿਨ ਸਾਰਾ ਸਿਆਲਕੋਟ ਤਬਾਹ ਕਰ ਦਿਆਂਗਾ। ਮੱਠ ਬਣਾ ਲਿਆ ਤੇ ਮੱਠ 'ਚ ਬਹਿ ਗਿਆ ਤਪੱਸਿਆ ਕਰਨ ਲਈ। ਥਰ ਥਰ ਕੰਬਦਾ ਸੀ ਸਿਆਲਕੋਟ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਿਆਲਕੋਟ ਪਹੁੰਚੇ। ਜਿਹੜੇ ਲੋਕ ਸਨ, ਲੋਕ ਥਰ ਥਰ ਕੰਬਦੇ ਸਨ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਭੇਜਿਆ
ਪੈਸੇ ਦੇ ਕੇ, ਟਕਾ ਦੇ ਕੇ ਜਾਂ ਝੂਠ ਤੇ ਸੱਚ ਦਾ ਵਪਾਰ ਕਰਕੇ ਲਿਆ। ਤੇ ਮੂਲਾ ਬੈਠਾ ਸੀ ਦੁਕਾਨ ਤੇ, ਉਹਨੇ ਲਿਖ ਦਿੱਤਾ ਵੀ ਮਰਨਾ ਸੱਚ ਤੇ ਜਿਉਣਾ ਝੂਠ। ਮਹਾਰਾਜ ਨੇ ਮੂਲੇ ਨੂੰ ਪਾਸ ਬੁਲਾ ਲਿਆ। ਇਧਰ ਪੀਰ ਹਮਜਾ ਗਾਉਂ ਜਿਹੜਾ ਸੀਗਾ, ਉਹਦਾ ਤਪ ਭੰਗ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਮੱਠ ਪਾਟ ਗਿਆ ਤੇ ਸੂਰਜ ਦੀਆਂ ਕਿਰਨਾਂ ਵਿੱਚ ਪਈਆਂ ਤੇ ਅੱਖਾਂ ਖੁੱਲ ਗਈਆਂ ਉਹਦੀਆਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਆਇਆ, ਬੜੇ ਗੁੱਸੇ ਨਾਲ ਭਰਾ ਪੀਤਾ, ਕਰਾਮਾਤ ਵਿਖਾਉਣ ਦਾ ਯਤਨ ਕੀਤਾ। ਮਹਾਰਾਜ ਕਹਿੰਦੇ ਨਹੀਂ ਪੀਰ ਜੀ, ਐਡਾ ਗੁੱਸਾ, ਸਾਧੂ ਨੂੰ ਪੀਰ ਨੂੰ ਇੰਨਾ ਗੁੱਸਾ ਥੋੜ੍ਹਾ ਵਿਖਾਉਣਾ ਚਾਹੀਦਾ। ਕਹਿੰਦਾ ਮਹਾਰਾਜ ਸਿਆਲਕੋਟ ਤਬਾਹ ਕਰ ਦਿਆਂਗੇ, ਝੂਠੇ ਲੋਕ ਰਹਿੰਦੇ। ਮਹਾਰਾਜ ਕਹਿੰਦੇ ਨਹੀਂ, ਇੱਥੇ ਸੱਚੇ ਵੀ ਰਹਿੰਦੇ ਨੇ, ਆ ਮੂਲੇ ਵਰਗੇ ਸੱਚੇ ਵੀ ਬੈਠੇ ਨੇ। ਤੈਨੂੰ ਕਿਹਨੇ ਕਿਹਾ ਵੀ ਇਹ ਝੂਠੇ ਲੋਕਾਂ ਦਾ ਸ਼ਹਿਰ ਹੈ? ਨਾਲੇ ਪੀਰ ਕੀ ਤੇ ਮੋਹ ਕੀ, ਤੂੰ ਪੀਰ ਹੈ ਰੱਬ ਦਾ ਪਿਆਰਾ, ਤੈਨੂੰ ਪੁੱਤਰਾਂ ਦੇ ਨਾਲ ਮੋਹ, ਤੈਨੂੰ ਸੰਸਾਰ ਨਾਲ ਹਲੇ ਵੀ ਬੰਧਨ ਪਿਆ ਹੋਇਆ। ਕਹਿਣ ਤੋਂ ਭਾਵ ਵੀ ਇਹੋ ਜਿਹੇ ਲੋਕ ਜਿਹੜੇ ਕਹਿਰ ਕਰਨ ਵਾਲੇ ਹੁੰਦੇ ਸਨ, ਮਹਾਰਾਜ ਨਾ ਜਾਂਦੇ ਤੇ ਵਾਕਿਆ ਉਹਨੇ ਸਿਆਲਕੋਟ ਸਾਰਾ ਤਬਾਹ ਕਰ ਦੇਣਾ ਸੀ। ਇੰਨੀ ਗੱਲ ਪਿੱਛੇ ਵੀ ਜਿਹਨੂੰ ਪੁੱਤਰਾਂ ਦਾ ਵਰ ਦਿੱਤਾ ਸੀ ਨਾ, ਪੁੱਤਰ ਤਾਂ ਹੋ ਗਏ, ਪਰ ਆਖਿਆ ਸੀ ਵੀ ਇੱਕ ਪੁੱਤਰ ਮੈਨੂੰ ਦੇ ਦੇਈਂ, ਇੱਕ ਤੂੰ ਰੱਖ ਲਈ, ਪਰ ਉਹਨੇ ਦਿੱਤਾ ਨਹੀਂ ਸੀ। ਇੰਨੀ ਗੱਲ ਕਰਕੇ ਕਹਿੰਦਾ ਸਿਆਲਕੋਟ ਤਬਾਹ ਕਰ ਦਿਆਂਗਾ। ਇਹ ਹੁੰਦਾ ਕਹਿਰ ਦੀ ਕਰਾਮਾਤ, ਆਪਣੇ ਭਲੇ ਵਾਸਤੇ, ਆਪਣੀ ਲੋੜ ਲਈ, ਆਪਣੇ ਸਵਾਰਥ ਲਈ ਕਰਾਮਾਤ ਵਿਖਾਉਣੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਰਾਮਾਤ ਹੋਵੇ ਦੋ ਭਾਂਤ, ਕਹਿ ਮਿਹਰੋਂ ਕਹਿ ਕਹਿਰੋ ਹੋ ਜਾਤ। ਦੋ ਪ੍ਰਕਾਰ ਦੀ ਕਰਾਮਾਤ ਹੁੰਦੀ ਬਾਬਰ, ਇੱਕ ਮਿਹਰ ਦੀ ਤੇ ਇੱਕ ਕਹਿਰ ਦੀ। ਸੇਵਾ ਕਰੇ ਤੂੰ ਮਿਹਰ ਸੁਆਵੇ, ਜਿਹੜਾ ਗੁਰੂ ਪੀਰ ਦੀ ਸੇਵਾ ਕਰਦਾ ਨਾ, ਉਹਦੇ ਤੇ ਫਿਰ ਉਹ ਮਿਹਰ ਕਰ ਦਿੰਦੇ ਨੇ, ਟੁੱਟ ਪੈਂਦੇ ਨੇ, ਉਹਦੀ ਝੋਲੀ ਵਿੱਚ ਸਾਰਾ ਕੁਝ ਪਾ ਦਿੰਦੇ ਹਨ। ਤੇ ਚਾਹੇ ਕਹਿਰ ਸੁਪਾਵੇ, ਤੇ ਜੇਕਰ ਕੋਈ ਉਹਨਾਂ ਕੋਲੋਂ ਜਿੱਦ ਕਰਕੇ ਕੁਝ ਕਰਾਉਣਾ ਚਾਹੇ ਤੇ ਫਿਰ ਉਹ ਕਹਿਰ ਵੀ ਵਰਤਾ ਦਿੰਦੇ ਹਨ। ਮਿਹਰ ਕਹਿਰ ਦੋ ਕਰਾਮਾਤ, ਇਸ ਤਰ੍ਹਾਂ ਬਾਬਰ ਮਿਹਰ ਦੀ ਤੇ ਕਹਿਰ ਦੀ ਦੋ ਕਰਾਮਾਤਾਂ ਹਨ। ਖੁਦਾ ਤੇ ਸੋ ਲੈ ਜਾਤ, ਖੈਰ ਜਿਹੜੀ ਕਰਾਮਾਤ ਹੈ ਉਹ ਖੁਦਾ ਤੋਂ ਦੂਰ ਲੈ ਜਾਂਦੀ ਹੈ। ਇਸ ਕਰਕੇ ਕਰਾਮਾਤ ਵੇਖਣ ਦੀ ਲਾਲਸਾ ਨਹੀਂ ਰੱਖਣੀ ਚਾਹੀਦੀ। ਦੋਹਰਾ ਕਹਿਰ ਪਾਤਸ਼ਾਹਨ ਕਾਰ ਹੈ, ਖੋਸ ਜੋ ਔਰਨ ਖਾਹੇ। ਸਤਿਗੁਰ ਜੀ ਕਹਿੰਦੇ ਨੇ ਵੀ ਸਭ ਤੋਂ ਵੱਡਾ ਕਹਿਰ ਤਾਂ ਬਾਦਸ਼ਾਹਾਂ ਦੇ ਕੋਲ ਹੁੰਦਾ ਹੈ। ਬਾਬਰ ਤੂੰ ਜਾਬਰ ਹੈ, ਸਭ ਤੋਂ ਵੱਡਾ ਕਹਿਰ ਬਾਦਸ਼ਾਹਾਂ ਦੇ ਕੋਲ ਹੁੰਦਾ ਹੈ। ਕਹਿੰਦਾ ਜੀ ਉਹ ਕਿਸ ਤਰ੍ਹਾਂ? ਸਤਿਗੁਰੂ ਕਹਿੰਦੇ ਖੋਸ ਜੋ ਔਰਨ ਖਾਹੇ, ਬਾਦਸ਼ਾਹਾਂ ਦਾ ਕੰਮ ਹੁੰਦਾ ਦੂਜਿਆਂ ਕੋਲੋਂ ਖੋਹ ਕੇ ਖਾਣਾ। ਤੁਸੀਂ ਦੂਜਿਆਂ ਦਾ ਖੋਹ ਕੇ ਖਾਂਦੇ ਹੋ, ਤੁਹਾਡੇ ਤੋਂ ਵੱਡਾ ਕਹਿਰੀ ਹੋਰ ਕਿਹੜਾ ਹੋ ਸਕਦਾ ਹੈ? ਕਹਿਰ ਕਰੈ ਜੋ ਫਕੀਰ ਹੋਏ, ਦੂਰ ਖੁਦਾਏ ਤੇ ਪਾਹੇ। ਸਤਿਗੁਰੂ ਕਹਿੰਦੇ ਜਿਹੜਾ ਫਕੀਰ ਬਣ ਕੇ ਵੀ ਕਹਿਰ ਕਰੀ ਜਾਏ, ਉਹ ਖੁਦਾ ਤੋਂ, ਰੱਬ ਤੋਂ ਦੂਰ ਹੋ ਜਾਂਦਾ ਹੈ। ਬਾਬਰ ਨੇ ਸਮਝਿਆ ਜੋ ਮੈਂ ਚਿਤ ਵਹਿ ਆਏ, ਫਿਰ ਬਾਬਰ ਨੇ ਗੱਲ ਮਨ ਵਿੱਚ ਸਮਝ ਲਈ ਕਿ ਜੋ ਮੈਂ ਆਪਣੇ ਚਿੱਤ ਵਿੱਚ ਚਿਤਵਿਆ ਸੀ, ਸੋਚਿਆ ਸੀ, ਐ ਸਭ ਜਾਣੀ ਜਾਣਿਏ ਹੈ, ਸਭ ਹਮ ਦਇਓ ਬਤਾਏ। ਇਹ ਪੀਰ ਜੀ ਤਾਂ ਜਾਣੀ ਜਾਣ ਹਨ। ਜੋ ਮੈਂ ਮਨ ਵਿੱਚ ਚਿਤਵਦਾ ਸੀ ਨਾ, ਘਰ ਤੋਂ ਚੱਲਣ ਵੇਲੇ ਇਹਨਾਂ ਨੇ ਸਾਰਾ ਕੁਝ ਮੈਨੂੰ ਦੱਸ ਦਿੱਤਾ ਹੈ। ਜੋ ਪਈ ਦੇਖ ਦਿਦਾਰ ਕੋ ਨਿਸ਼ਚੈ ਆਇਆ, ਇਸ ਤਰ੍ਹਾਂ ਸਤਿਗੁਰਾਂ ਦੇ ਦੀਦਾਰ ਕਰਕੇ ਬਾਬਰ ਨੂੰ ਨਿਸ਼ਚਾ ਆ ਗਿਆ, ਮਹਾਰਾਜ ਤੇ ਭਰੋਸਾ ਵੱਜ ਗਿਆ ਹੈ। ਠੀਕ ਰਹੈ ਸੱਚ ਖੁਦਾਇਆ, ਮਨ ਵਿੱਚ ਸੋਚ ਵਿਚਾਰ ਕੇ ਕਹਿੰਦਾ ਕਿ ਇਹ ਸੱਚੇ ਖੁਦਾ ਦੇ ਨਜ਼ਦੀਕ ਰਹਿਣ ਵਾਲੇ, ਨੇੜੇ ਰਹਿਣ ਵਾਲੇ ਹਨ। ਖੁਦਾਈ ਆਹੇ ਮੈਂ ਭੇਦ ਕਛੁ ਪਾਨਾ, ਇਹਨਾਂ ਦੇ ਵਿੱਚ ਤੇ ਖੁਦਾ ਦੇ ਵਿੱਚ ਕਿਸੇ ਪ੍ਰਕਾਰ ਦਾ ਭੇਦ ਨਹੀਂ ਹੈ। ਅਬ ਮੈਂ ਇਸ ਤੇ ਮੰਗੋ ਪਾਤਸ਼ਾਹੀ, ਹੁਣ ਮੈਂ ਇਸ ਪੀਰ ਦੇ ਕੋਲੋਂ ਹਿੰਦੁਸਤਾਨ ਦੀ ਪਾਤਸ਼ਾਹੀ ਮੰਗਾਂਗਾ। ਕਬੂਲ ਕਰੈ ਜੋ ਇਸੈ ਦੁਆਈ, ਤੇ ਜੇਕਰ ਇਹਨਾਂ ਦੀ ਦੁਆ ਖੁਦਾ ਦੇ ਦਰ ਤੇ ਕਬੂਲ ਪੈ ਗਈ, ਭਾਵ ਮਨਜ਼ੂਰ ਹੋ ਗਈ, ਤੋ ਮੇਰੋ ਸਭ ਕੰਮ ਬਣ ਜਾਏ। ਇਹਨਾਂ ਦੀ ਦੁਆ ਦੇ ਨਾਲ ਮੇਰਾ ਸਾਰਾ ਕੰਮ ਬਣ ਜਾਏਗਾ, ਭਾਵ ਮੈਨੂੰ ਹਿੰਦੁਸਤਾਨ ਦੀ ਪਾਤਸ਼ਾਹੀ ਜਿਹੜੀ ਉਹ ਪ੍ਰਾਪਤ ਹੋ ਜਾਵੇਗੀ। ਹਾਂਜੀ, ਉਹ ਇਸ ਦੁਆਏ ਜੇ ਨਾਹੀ ਪੁਜਾਏ, ਨਾਲ ਬਾਬਰ ਫਿਰ ਇਹ ਵੀ ਗੱਲ ਕਹਿੰਦਾ ਕਿ ਜੇਕਰ ਇਸ ਪੀਰ ਦੀ ਦੁਆ ਰੱਬ ਦੇ ਘਰ ਵਿੱਚ ਮਨਜ਼ੂਰ ਨਾ ਹੋਈ, ਤੋ ਹਮਰੋ ਕੁਛ ਪਲਿਓ ਨਾ ਜਾਏ। ਤੇ ਫਿਰ ਮੇਰਾ ਕਿਹੜਾ ਕੁਝ ਪੱਲਿਓਂ ਜਾਣਾ? ਜੇ ਦੁਆ ਕਰਾਂਗਾ ਤੇ ਇਹ ਮੇਰੇ ਲਈ ਦੁਆ ਕਰਨਗੇ ਰੱਬ ਕੋਲ, ਤੇ ਜੇ ਦੁਆ ਤਾਂ ਪੂਰੀ ਹੋ ਗਈ, ਕਬੂਲ ਪੈ ਗਈ, ਫਿਰ ਤਾਂ ਮੈਨੂੰ ਰਾਜ ਮਿਲ ਜੇਗਾ। ਜੇ ਇਹਨਾਂ ਦੀ ਦੁਆ ਨਾ ਮਨਜ਼ੂਰ ਹੋਈ ਰੱਬ ਦੇ ਕੋਲ, ਤੇ ਮੇਰਾ ਕਿਹੜਾ ਕੁਝ ਵਿਗੜਦਾ ਹੈ? ਚਲੋ ਆਪਾਂ ਕਹਿਣਾ ਹੀ ਆ, ਆਪਾਂ ਇੱਕ ਵਾਰੀ ਕਹਿ ਕੇ ਵੇਖ ਲੈਂਦੇ ਹਾਂ। ਤੇ ਬਚਨ ਕਹੈ ਕਿ ਮੈਂ ਬਿਖ ਬੋਵੈ,
ਜੇ ਇਹਨਾਂ ਨੂੰ ਮੈਂ ਖੋਟੇ ਬਚਨ ਆਖਾਂਗਾ, ਮਾੜੀਆਂ ਗੱਲਾਂ, ਬੁਰਾ ਭਲਾ ਬੋਲਾਂਗਾ ਤੇ ਇਹ ਤਾਂ ਜ਼ਹਿਰ ਬੀਜਣ ਦੇ ਸਮਾਨ ਹੈ, ਤੇ ਮੈਨੂੰ ਕੀ ਲੋੜ ਹੈ ਮੈਂ ਮਾੜੇ ਬਚਨ ਬੋਲ ਕੇ ਜ਼ਹਿਰ ਦਾ ਬੀਜ ਬੀਜਾਂ। ਮਿੱਠੇ ਬਚ ਕਹਿ ਕੇ ਮਨਹਿ ਜੋਵੈ। ਇਸ ਪ੍ਰਕਾਰ ਮਿੱਠੇ ਬਚਨ ਇਹਨਾਂ ਨੂੰ ਬੋਲਣੇ ਚਾਹੀਦੇ ਨੇ। ਪ੍ਰੇਮ ਵਾਲੇ ਬਚਨ ਬੋਲ ਕੇ ਹੀ ਇਹਨਾਂ ਦੇ ਪਾਸੋਂ ਸਭ ਕੁਝ ਪ੍ਰਾਪਤ ਕਰ ਲਵਾਂਗਾ। ਤਬ ਬਾਬਰ ਆਏ ਦੋ ਕਰ ਜੋਰੇ। ਇਸ ਤਰ੍ਹਾਂ ਬਾਬਰ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਦੋਨੇ ਹੱਥ ਜੋੜੇ ਹਨ। ਗਰਜ ਆਪਣੀ ਮੁਖੋ ਮਿਠ ਬੋਰੇ। ਆਪਣੀ ਗਰਜ ਕਰਕੇ ਮਿੱਠੇ ਬਚਨ ਜਿਹੜੇ ਮੁਖ ਦੇ ਰਾਹੀਂ ਬੋਲਦਾ ਹੈ। ਆਇਓ ਮੈਂ ਤਵ ਕਦਮਾਂ ਪਾਸ। ਮਹਾਰਾਜ ਮੈਂ ਤੁਹਾਡੇ ਕਦਮਾਂ ਦੇ ਕੋਲ ਚੱਲ ਕੇ ਆਇਆ, ਤੁਹਾਡੀ ਚਰਨ ਸ਼ਰਨ ਆਇਆ ਹਾਂ। ਪੂਰਨ ਕੀਜੈ ਹਮਰੀ ਆਸ। ਕਿਰਪਾ ਕਰੋ ਜੀ, ਮੇਰੀ ਆਸ ਜਿਹੜੀ ਹੈ ਮਨ ਦੀ ਪੂਰਨ ਕਰ ਦਿਓ। ਮੈਂ ਸੁਣਿਓ ਤੁਮ ਹਿੰਦੂ ਬੜ ਪੀਰ। ਤੁਹਾਡੀ ਬੜੀ ਮਹਿਮਾ ਸੁਣੀ ਹੈ ਕਿ ਆਪ ਜੀ ਹਿੰਦੂਆਂ ਦੇ ਵਿੱਚ ਸਭ ਤੋਂ ਵੱਡੇ ਉੱਤਮ ਪੀਰ ਹੋ। ਤੁਮ ਪੈ ਆਇਓ ਹੋਏ ਅਧੀਰ। ਇਸ ਤਰ੍ਹਾਂ ਮੈਂ ਅਧੀਰਜਵਾਨ ਹੋ ਕੇ, ਲੋੜਵੰਦ ਹੋ ਕੇ ਆਪ ਜੀ ਦੇ ਚਰਨਾਂ ਕਮਲਾਂ ਦੇ ਪਾਸ ਚੱਲ ਕੇ ਆਇਆ ਹਾਂ। ਕਿਰਪਾ ਕਰੋ ਮੇਰੀ ਆਸ ਪੂਰਨ ਕਰ ਦਿਓ। ਦੋਹਰਾ ਜੋ ਸੁਨਿਓ ਸੋ ਦੇਖਿਓ ਤੂੰ ਪੀਰਨ ਸਿਰ ਸਪੀਰ। ਜੋ ਕੁਝ ਮੈਂ ਸੁਣਿਆ ਹੈ ਤੁਹਾਡੇ ਬਾਰੇ ਉਹੀ ਕੁਝ ਮੈਂ ਆ ਕੇ ਵੇਖ ਲਿਆ। ਜਿਵੇਂ ਦੌਲਤ ਖਾਂ ਨੇ ਮਹਿਮਾ ਕੀਤੀ ਨਾ ਤੁਹਾਡੀ, ਮੈਂ ਨੇਤਰਾਂ ਦੇ ਨਾਲ ਅੱਜ ਤੁਹਾਡੀ ਮਹਿਮਾ ਨੂੰ ਦੇਖਿਆ ਹੈ। ਪੀਰਨ ਸਿਰ ਪੀਰ, ਆਪ ਜੀ ਪੀਰਾਂ ਵਿੱਚੋਂ ਸ਼੍ਰੋਮਣੀ ਵੱਡੇ ਪੀਰ ਹੋ। ਤੁਮ ਨਿਦਾਰ ਕੇ ਪੇਖਨੇ ਭਇਓ ਮੇਰੋ ਮਨ ਧੀਰ। ਤੁਹਾਡੇ ਦੀਦਾਰ ਕਰਨ ਨਾਲ, ਦਰਸ਼ਨ ਕਰਨ ਦੇ ਨਾਲ ਮੇਰੇ ਮਨ ਨੂੰ ਧੀਰਜ ਪ੍ਰਾਪਤ ਹੋ ਗਿਆ, ਟਿਕਾਓ ਪ੍ਰਾਪਤ ਹੋ ਗਿਆ ਹੈ। ਜੋ ਪਈ ਜੈਸੋ ਸੁਨਿਓ ਤੈਸੋ ਦੇਖਿਓ। ਮਹਾਰਾਜ ਜੈਸਾ ਮੈਂ ਤੁਹਾਡਾ ਜਸ ਸੁਣਿਆ ਸੀ ਨਾ, ਵੈਸੇ ਹੀ ਆ ਕੇ ਤੁਹਾਡੇ ਦਰਸ਼ਨ ਕੀਤੇ ਹਨ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਜਿਹੋ ਜਿਹਾ ਤੁਹਾਡਾ ਜਸ ਮੈਂ ਸੁਣਿਆ ਉਦਾਂ ਦੇ ਤੁਹਾਡੇ ਦਰਸ਼ਨ ਹੋਏ ਹਨ। ਪੀਰਨ ਸਿਰ ਤੂੰ ਪੀਰ ਪਰੇਖਿਓ। ਮੈਂ ਪਰਖਿਆ ਹੈ ਕਿ ਆਪ ਜੀ ਵੱਡੇ ਵੱਡੇ ਪੀਰਾਂ ਦੇ ਵਿੱਚੋਂ ਸ਼੍ਰੋਮਣੀ ਪੀਰ ਹੋ। ਜੋ ਜੋ ਬਾਤ ਦੌਲਤ ਖਾਂ ਕਹੀ। ਦੌਲਤ ਖਾਂ ਨੇ ਜਿਹੜੀਆਂ ਜਿਹੜੀਆਂ ਗੱਲਾਂ ਮੈਨੂੰ ਕਹੀਆਂ ਹਨ, ਨੈਣ ਦੇਖੀ ਵਹੀ। ਉਹਨਾਂ ਗੱਲਾਂ ਦੇ ਮੁਤਾਬਕ ਮਹਾਰਾਜ ਮੈਂ ਤੁਹਾਡੇ ਦਰਸ਼ਨ ਕੀਤੇ। ਜੋ ਉਹਨੇ ਆਖਿਆ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਹੈ। ਦੌਲਤ ਖਾਂ ਨੇ ਹਮੈ ਸੁਨਾਈ। ਦੌਲਤ ਖਾਂ ਨੇ ਤੁਹਾਡੀ ਬੜੀ ਵੱਡੀ ਵਡਿਆਈ ਮੈਨੂੰ ਸੁਣਾਈ ਹੈ। ਨਾਲੋਂ ਗੁਰਸਿੱਖ ਦਏ ਮਰਾਈ। ਨਾਲ ਦੌਲਤ ਖਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਤੁਹਾਡੇ ਜਿਹੜੇ ਸਿੱਖ ਸਨ ਨਾ, ਜਿਵੇਂ ਦੌਲਤ ਖਾਂ ਦੇ 4 ਪੁੱਤਰ ਉਹ ਬੈਰਮ ਖਾਂ ਨੇ ਮਾਰ ਦਿੱਤੇ, ਤੇ ਤੁਹਾਡਾ ਇੱਕ ਸੇਵਕ ਸੀ ਰਾਏ ਭੋਏ, ਵਜ਼ੀਰੇ ਆਜ਼ਮ ਸੀ ਬੈਰਮ ਖਾਨ ਦਾ, ਉਹ ਵੀ ਉਹਨੇ ਮਾਰ ਦਿੱਤਾ ਹੈ। ਸਤਿਗੁਰ ਕੋਪੀ ਕਰੀ ਪਠਾਨਨ। ਇਸ ਕਰਕੇ ਦੌਲਤ ਖਾਂ ਨੇ ਜਦੋਂ ਤੁਹਾਡੇ ਕੋਲ ਬੇਨਤੀ ਕੀਤੀ ਤੇ ਤੁਸੀਂ ਪਠਾਨਾਂ ਦੇ ਉੱਪਰ ਬੜੀ ਕਰੋਪੀ ਕੀਤੀ ਹੈ। ਹਿੰਦ ਪਾਤਸ਼ਾਹੀਓ ਦੂਰ ਕਰਾਨਨ। ਇਸ ਤਰ੍ਹਾਂ ਤੁਸੀਂ ਪਠਾਨਾਂ ਦੀ ਪਾਤਸ਼ਾਹੀ ਹਿੰਦੁਸਤਾਨ ਦੇ ਵਿੱਚੋਂ ਦੂਰ ਕਰਨਾ ਚਾਹੁੰਦੇ ਹੋ। ਮੁਗਲਨ ਓਗਲ ਚਹਿਓ ਬੁਲਾਨਨ। ਦੌਲਤ ਖਾਂ ਨੇ ਗੱਲ ਆਖੀ ਸੀ ਕਿ ਸਤਿਗੁਰ ਜੀ ਹਿੰਦੁਸਤਾਨ ਵਿੱਚ ਮੁਗਲਾਂ ਨੂੰ ਬੁਲਾਉਣਾ ਚਾਹੁੰਦੇ ਹਨ। ਆਪੇ ਸਭ ਤੁਮ ਜਾਣੀ ਜਾਣਨ। ਬਾਕੀ ਮਹਾਰਾਜ ਤੁਸੀਂ ਆਪੇ ਸਭ ਕੁਝ ਜਾਣਨ ਵਾਲੇ, ਜਾਣੀ ਜਾਣ ਹੋ, ਕੁਝ ਵੀ ਆਪ ਜੀ ਤੋਂ ਲੁਕਿਆ ਛਿਪਿਆ ਨਹੀਂ ਹੈ। ਮੈਂ ਆਇਓ ਹੋ ਤੁਸਾਂ ਬੁਲਾਏ। ਤੁਸੀਂ ਮੈਨੂੰ ਬੁਲਾਇਆ ਸੀ ਦੌਲਤ ਖਾਂ ਦੇ ਦੁਆਰਾ, ਤੇ ਆਪ ਜੀ ਦਾ ਹੁਕਮ ਮੰਨ ਕੇ ਮੈਂ ਇੱਥੇ ਚੱਲ ਕੇ ਆਇਆ ਹਾਂ। ਦੌਲਤ ਖਾਂ ਤੇ ਲਿਹੋ ਪਛਾਏ। ਮਹਾਰਾਜ ਭਾਵੇਂ ਤੁਸੀਂ ਦੌਲਤ ਖਾਂ ਨੂੰ ਪੁੱਛ ਲਓ, ਉਹਨੇ ਜਾ ਕੇ ਮੈਨੂੰ ਇਹ ਗੱਲ ਆਖੀ ਸੀ ਕਿ ਗੁਰੂ ਸਾਹਿਬ ਤੈਨੂੰ ਯਾਦ ਕਰਦੇ ਹਨ। ਨਾਮ ਤੁਮੈ ਕਹਿ ਮੋਹ ਚੜਾਇਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਤੁਹਾਡਾ ਨਾਮ ਲੈ ਕੇ ਨਾ ਮੈਨੂੰ ਕਾਬਲ ਤੋਂ ਹਿੰਦੁਸਤਾਨ ਉੱਪਰ ਚੜਾ ਦਿੱਤਾ ਹੈ। ਤੁਮੈ ਲਾਜ ਜੋ ਤੁਮੈ ਬੁਲਾਇਓ। ਤੁਸੀਂ ਮੈਨੂੰ ਇੱਥੇ ਹੁਕਮ ਦੇ ਕੇ ਬੁਲਾਇਆ, ਤੇ ਹੁਣ ਇੱਥੇ ਆਇਆਂ ਦੀ ਲਾਜ ਵੀ ਆਪ ਜੀ ਨੂੰ ਹੈ। ਹਿੰਦ ਤਖਤ ਪਰ ਮੋਹੇ ਬਹਾਏ। ਕਿਰਪਾ ਕਰੋ ਹਿੰਦੁਸਤਾਨ ਦੇ ਤਖਤ ਉੱਪਰ ਮੈਨੂੰ ਆਪ ਜੀ ਬਿਠਾ ਦਿਓ। ਭਾਈ ਸੂਬੇ ਨਾਲ ਦਿਵਾਏ। ਹਿੰਦੁਸਤਾਨ ਦੇ ਵਿੱਚ ਜਿਹੜੇ 22 ਸੂਬੇ ਨੇ ਉਹ ਵੀ ਮੈਨੂੰ ਦਵਾ ਦਿਓ, ਮੈਂ ਸਾਰਿਆਂ ਦਾ ਮਾਲਕ ਬਣ ਜਾਵਾਂ। ਦੋਹਰਾ ਮੈਂ ਆਇਓ ਇਹ ਮੁਰਾਦ ਕਰ ਕਰੋ ਤੁਮੈ ਨਿਜ ਪੀਰ। ਮਹਾਰਾਜ ਮੈਂ ਆਪਣੇ ਮਨ ਵਿੱਚ ਇਹ ਮੁਰਾਦ ਧਾਰਨ ਕਰਕੇ ਤੁਹਾਡੇ ਚਰਨਾਂ ਵਿੱਚ ਆਇਆ ਹਾਂ। ਮੈਂ ਤੁਹਾਡੇ ਚਰਨਾਂ ਕਮਲਾਂ ਦੇ ਵਿੱਚ ਆਪ ਜੀ ਦਾ ਸੇਵਕ ਬਣਨਾ ਚਾਹੁੰਦਾ, ਆਪ ਜੀ ਦਾ ਦਾਸ ਬਣਨਾ ਚਾਹੁੰਦਾ ਹਾਂ। ਮੈਂ ਦਿਵਾਓ ਤਖਤ ਹਿੰਦ ਸੂਬੇ ਤਾਬੇ ਗੀਰ। ਮੈਂ ਤੁਹਾਨੂੰ ਆਪਣਾ ਪੀਰ ਬਣਾਉਣਾ ਚਾਹੁੰਦਾ, ਤੁਸੀਂ ਮੇਰੇ ਪੀਰ ਹੋ। ਹਮੈ ਦਿਵਾਵੋ ਤਖਤ ਹਿੰਦ, ਮੈਨੂੰ ਹਿੰਦੁਸਤਾਨ ਦਾ ਤਖਤ ਦਵਾ ਦਿਓ।
ਤੇ ਸੂਬੇ ਤਾਬੇ ਗੀਰ ਜਿੰਨੇ ਵੀ ਇੱਥੋਂ ਦੇ ਸੂਬੇਦਾਰ ਨੇ ਉਹ ਮੇਰੀ ਤਾਬਿਆ ਕਰ ਦਿਓ। ਚੌਪਈ ਤੋ ਬਾਬੇ ਬਾਬਰ ਸੋ ਕਹਿਓ। ਇਹ ਬਚਨ ਸੁਣ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਬਾਬਰ ਨੂੰ ਇਹ ਬਚਨ ਆਖੇ ਹਨ। ਬਾਦਸ਼ਾਹੀ ਪਿਕੰਬਰ ਚਹੋ। ਮਹਾਰਾਜ ਕਹਿੰਦੇ ਨੇ ਵੀ ਤੂੰ ਤਾਂ ਇਹ ਗੱਲ ਕਹਿੰਦਾ ਸੀ ਵੀ ਜਿਹੜੀ ਪਾਤਸ਼ਾਹੀ ਹੈ ਵੀ ਉਹ ਸਾਡਾ ਪਕੰਬਰ ਦੇਗਾ। ਜਦੋਂ ਦੌਲਤ ਖਾਨ ਨੇ ਆਖਿਆ ਸੀ ਵੀ ਗੁਰੂ ਸਾਹਿਬ ਤੈਨੂੰ ਯਾਦ ਕਰਦੇ ਤੈਨੂੰ ਪਾਤਸ਼ਾਹੀ ਦੇਣਗੇ, ਤੂੰ ਤਾਂ ਕਹਿੰਦਾ ਸੀ ਵੀ ਜਿਹੜੀ ਪਾਤਸ਼ਾਹੀ ਹੈ ਵੀ ਅਸੀਂ ਮੁਹੰਮਦ ਸਾਹਿਬ ਦੇ ਕੋਲੋਂ ਲਵਾਂਗੇ ਤੇ ਨਾਨਕ ਪੀਰ ਸਾਨੂੰ ਕੀ ਪਾਤਸ਼ਾਹੀ ਦੇਗਾ। ਤੇ ਜਾ ਭਾਈ ਜਾ ਕੇ ਫਿਰ ਆਪਣੇ ਪੀਰ ਕੋਲ ਪਾਤਸ਼ਾਹੀ ਲੈ ਲੈ। ਬਾਬੇ ਕਹਿਓ ਪਿਕੰਬਰ ਦੂਰ। ਬਾਬਰ ਕਹਿੰਦਾ ਮਹਾਰਾਜ ਮੇਰਾ ਪੈਗੰਬਰ ਤਾਂ ਬੜੀ ਦੂਰ ਹੈ, ਉਹਦੇ ਤਾਈਂ ਤਾਂ ਮੇਰੀ ਪਹੁੰਚ ਨਹੀਂ ਹੋ ਸਕਦੀ ਮੈਂ ਨਾ ਸਕੋ ਪਹੁੰਚ ਹਜੂਰ। ਤੇ ਮੈਂ ਉਹਦੀ ਹਜ਼ੂਰੀ ਨਹੀਂ ਪਹੁੰਚ ਸਕਦਾ, ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ। ਪਿਕੰਬਰ ਰਹਿ ਵਾਲੀ ਦਰਗਾਹ। ਇਸ ਤਰ੍ਹਾਂ ਜਿਹੜਾ ਸਾਡਾ ਪੈਗੰਬਰ ਹੈ ਨਾ ਉਹ ਵਾਲੀ ਮਾਲਕ ਦੀ ਦਰਗਾਹ ਵਿੱਚ ਰਹਿੰਦਾ ਹੈ। ਸੱਤ ਅਸਮਾਨ ਕੇ ਉੱਪਰ ਵਾਹੇ। ਇਸ ਤਰ੍ਹਾਂ ਉਹ ਸੱਤਵੇਂ ਅਸਮਾਨ ਤੇ ਰਹਿੰਦਾ ਹੈ। ਇਹ ਜਿਹੜਾ ਇਸਲਾਮ ਮਤ ਹੈ ਨਾ ਉਹ ਇਹ ਕਹਿੰਦਾ ਵੀ ਸੱਤਵੇਂ ਅਸਮਾਨ ਤੇ ਖੁਦਾ ਬੈਠਾ ਹੋਇਆ ਹੈ। ਮਹਾਰਾਜ ਤਾਂ ਲੱਖਾਂ ਪਤਾਲਾਂ ਤੇ ਲੱਖਾਂ ਆਗਾਸਾਂ ਦੀ ਗੱਲ ਕਰਦੇ ਨੇ, ਪਾਤਾਲਾਂ ਪਾਤਾਲ ਲੱਖ ਆਗਾਸਾ ਆਗਾਸ। ਇਹ ਤਾਂ ਅੰਤ ਨਹੀਂ ਨਾ ਵਾਹਿਗੁਰੂ ਦੀ ਰਚਨਾ ਦਾ। ਪਰ ਇਸਲਾਮ ਕਹਿੰਦਾ ਵੀ ਰੱਬ ਜਿਹੜਾ ਖੁਦਾ ਜਿਹੜਾ ਉਹ ਸੱਤਵੇਂ ਆਕਾਸ਼ ਤੇ ਅਸਮਾਨ ਤੇ ਬੈਠਾ ਹੋਇਆ ਹੈ। ਇਸ ਕਰਕੇ ਬਾਬਰ ਕਹਿੰਦਾ ਵੀ ਉਹ ਤਾਂ ਸੱਤਵੇਂ ਅਸਮਾਨ ਦੇ ਉੱਪਰ ਬੈਠਾ ਹੈ। ਹਮੇ ਉਹਾਂ ਕਿਉ ਪਹੁੰਚਿਓ ਜਾਏ। ਮੇਰੇ ਵਿੱਚ ਇੰਨੀ ਤਾਕਤ ਨਹੀਂ ਤੇ ਮੈਂ ਉੱਥੇ ਕਿਵੇਂ ਜਾ ਕੇ ਪਹੁੰਚ ਸਕਦਾ ਹਾਂ। ਕੰਨੀ ਸੁਨੇ ਨਾ ਹਾਂਜੀ ਨਦਰ ਹੈ ਪਾਏ। ਨਦਰ ਹੈ ਪਾਏ। ਇਸ ਪ੍ਰਕਾਰ ਨਾ ਤਾਂ ਕਦੀ ਮੈਂ ਰੱਬ ਦੀ ਖੁਦਾ ਦੀ ਕਚਹਿਰੀ ਬਾਰੇ ਸੁਣਿਆ ਕਿ ਉਹ ਕਿੱਥੇ ਹੈ, ਤੇ ਨਾ ਹੀ ਕਦੀ ਮੈਂ ਅੱਖਾਂ ਦੇ ਨਾਲ ਵੇਖਿਆ, ਤੇ ਨਾ ਹੀ ਉਹ ਮੇਰੀ ਨਜ਼ਰ ਪੈਂਦੀ ਹੈ। ਗੁਰ ਕਹਿਓ ਤੁਮ ਚਾਹ ਸਦਾਓ। ਸਤਿਗੁਰੂ ਕਹਿਣ ਲੱਗੇ ਕਿ ਬਾਬਰ ਤੂੰ ਆਪਣੇ ਆਪ ਨੂੰ ਬਾਦਸ਼ਾਹ ਖਵਾਉਂਦਾ ਹੈ, ਅੱਧੀ ਖੁਦਾਏ ਆਪ ਕਹਾਵੋ। ਤੂੰ ਆਪਣੇ ਆਪ ਨੂੰ ਅੱਧਾ ਖੁਦਾ ਖਵਾਉਣਾ ਹੈ। ਅੱਧਾ ਖੁਦਾ ਬਾਦਸ਼ਾਹ ਤਾਂ ਹੁੰਦਾ ਵੀ ਉਹ ਸਾਰੇ ਦੇਸ਼ ਦਾ ਮਾਲਕ ਹੁੰਦਾ ਹੈ, ਵੀ ਤੂੰ ਤਾਂ ਆਪਣੇ ਆਪ ਨੂੰ ਅੱਧਾ ਰੱਬ ਅੱਧਾ ਖੁਦਾ ਖਵਾਉਂਦਾ ਹੈ। ਕਰਾਮਾਤ ਪੀਰ ਪੰਜ ਰਖਾਓ। ਇਸ ਤਰ੍ਹਾਂ ਤੂੰ ਪੰਜ ਪੀਰਾਂ ਦੀ ਕਰਾਮਾਤ ਵੀ ਰੱਖਦਾ ਹੈ। ਦਾਸ ਪਿਕੰਬਰ ਕਿਮ ਨਹਿ ਜਾਵੋ। ਤੇ ਫਿਰ ਤੂੰ ਆਪਣੇ ਪੈਗੰਬਰ ਦੇ ਕੋਲ ਕਿਉਂ ਨਹੀਂ ਜਾ ਸਕਦਾ? ਤੇਰੇ ਕੋਲ ਤਾਂ ਤਾਕਤ ਸਮਰੱਥਾ ਵੀ ਅੱਧਾ ਰੱਬ ਤੂੰ ਅਖਵਾਉਣਾ ਹੈ। ਪੰਜ ਪੀਰਾਂ ਜਿੰਨੀ ਕਰਾਮਾਤ ਤਾਕਤ ਤੇਰੇ ਕੋਲ ਹੈ, ਤੇ ਜਾ ਭਾਈ ਜਾ ਕੇ ਆਪਣੇ ਪੈਗੰਬਰ ਦੇ ਰਸੂਲ ਦੇ ਦਰਸ਼ਨ ਕਰ ਲੈ। ਪਿਕੰਬਰ ਢਿੰਗ ਮੈਂ ਦੇਖੋ ਪੁਚਾਈ। ਸਤਿਗੁਰੂ ਜੀ ਕਹਿੰਦੇ ਜੇ ਤੂੰ ਆਪ ਨਹੀਂ ਨਾ ਜਾ ਸਕਦਾ ਤੇ ਲੈ ਫਿਰ ਮੈਂ ਤੇਰੇ ਪੈਗੰਬਰ ਕੋਲ ਤੈਨੂੰ ਪਹੁੰਚਾ ਦਿੰਦਾ ਹਾਂ। ਜਾ ਕਰ ਲੈ ਤਿਸਤੇ ਪਤਸ਼ਾਹੀ। ਜਾ ਜਾ ਕੇ ਫਿਰ ਪਾਤਸ਼ਾਹੀ ਨਾ ਆਪਣੇ ਪੈਗੰਬਰ ਮੁਹੰਮਦ ਸਾਹਿਬ ਦੇ ਕੋਲੋਂ ਲੈ ਕੇ ਆਵੀਂ। ਪਿਕੰਬਰ ਸਾਥ ਤੂੰ ਜਾਈ ਦਰਗਾਹੇ। ਸਤਿਗੁਰੂ ਕਹਿੰਦੇ ਸਾਡੇ ਬਚਨਾਂ ਦੇ ਨਾਲ ਤੂੰ ਦਰਗਾਹ ਵਿੱਚ ਆਪਣੇ ਪੈਗੰਬਰ ਦੇ ਕੋਲ ਜਾਵੇਂਗਾ, ਉਹਦੇ ਦਰਸ਼ਨ ਕਰੇਂਗਾ, ਉਹੀ ਦਰਗਾਹੋ ਦੇਉ ਲਖਾਏ। ਤੇ ਤੇਰਾ ਪੈਗੰਬਰ ਤੈਨੂੰ ਦਰਗਾਹ ਵਿੱਚੋਂ ਲਿਖਾ ਦੇਗਾ ਵੀ ਹੁਣ ਤਾਂ ਤੇਰੇ ਭਾਗਾਂ ਵਿੱਚ ਪਾਤਸ਼ਾਹੀ ਕੋਈ ਨਹੀਂ। ਤੇ ਜਾ ਆਪਣੇ ਪੈਗੰਬਰ ਨੂੰ ਕਹਿ, ਤੂੰ ਆਪ ਹੀ ਕਹਿੰਦਾ ਸੀ ਨਾ ਵੀ ਨਾਨਕ ਕੀ ਸਾਨੂੰ ਹਿੰਦੁਸਤਾਨ ਦੀ ਪਾਤਸ਼ਾਹੀ ਦੇਗਾ, ਸਾਡਾ ਪੈਗੰਬਰ ਦੇਗਾ। ਜਾ ਭਾਈ ਆਪਣੇ ਪੈਗੰਬਰ ਨੂੰ ਮਿਲ। ਹਾਂ ਪਹੁੰਚਾਉਣ ਦੀ ਗਰੰਟੀ ਸਾਡੀ ਵੀ, ਅਸੀਂ ਤੈਨੂੰ ਪਹੁੰਚਾ ਦੇਵਾਂਗੇ ਉੱਥੇ ਤੇਰੇ ਪੈਗੰਬਰ ਦੇ ਕੋਲ। ਜਿੱਥੇ ਤੈਨੂੰ ਕੋਈ ਨਹੀਂ ਪਹੁੰਚਾ ਸਕਦਾ ਅਸਾਂ ਜ਼ਰੂਰ ਪਹੁੰਚਾਵਾਂਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਾ ਕੇ ਆਪਣੇ ਪੈਗੰਬਰ ਨੂੰ ਬੇਨਤੀ ਕਰੀਂ, ਉਹ ਖੁਦਾ ਦੀ ਦਰਗਾਹ ਵਿੱਚੋਂ ਤੈਨੂੰ ਪਾਤਸ਼ਾਹੀ ਲਿਖਾ ਕੇ ਦੇ ਦੇਗਾ ਕਿ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਬਣੇਗਾ। ਦੋਹਰਾ ਸੁਨ ਬਾਬਰ ਪੁਰ ਨਿਸਕਰੀ ਸੋ ਪੈਗੰਬਰ ਦੀਦਾਰ ਕਰਾਏ। ਵੇਖੋ ਜਿੱਥੇ ਤਾਈਂ ਕੋਈ ਨਹੀਂ ਨਾ ਪਹੁੰਚ ਸਕਦਾ ਉਥੇ ਪਹੁੰਚਾਉਣ ਵਾਲਾ ਵੀ ਕੋਈ ਆਮ ਨਹੀਂ ਹੋ ਸਕਦਾ। ਜੇ ਪੈਗੰਬਰ ਦਰਗਾਹ ਵਿੱਚ ਰਹਿੰਦਾ ਹੈ ਤੇ ਦਰਗਾਹ ਵਿੱਚ ਪਹੁੰਚਾ ਹੀ ਸਕਦਾ ਜਿਹੜਾ ਦਰਗਾਹ ਦਾ ਮਾਲਕ ਹੋਵੇ, ਦੂਜਾ ਨਹੀਂ ਪਹੁੰਚਾ ਸਕਦਾ। ਮਾਲਕ ਦਰਵਾਜ਼ਾ ਖੋਲ੍ਹੇਗਾ ਤੇ ਦਰਵਾਜ਼ਾ ਖੁੱਲ੍ਹੇਗਾ। ਪਰ ਬਾਬਰ ਨੂੰ ਹਲੇ ਤੱਕ ਸਮਝ ਨਹੀਂ ਸੀ ਆਈ ਕਿ ਮਹਾਰਾਜ ਬਚਨ ਕੀ ਕਹਿ ਰਹੇ ਨੇ। ਸਤਿਗੁਰੂ ਜੀ ਕਹਿੰਦੇ ਠੀਕ ਹੈ ਜਾ ਭਾਈ ਜਾ ਕੇ ਆਪਣੇ ਪੈਗੰਬਰ ਨੂੰ ਬੇਨਤੀ ਕਰ। ਇਹ ਬਚਨ ਸੁਣ ਕੇ ਬਾਬਰ ਨੇ ਕੁਰਨਿਸ਼ ਕਰੀ, ਮਹਾਰਾਜ ਨੂੰ ਝੁਕ ਕੇ ਸਲਾਮ ਕੀਤੀ, ਨਮਸਕਾਰ ਕੀਤੀ। ਕਹਿੰਦਾ ਮੋਂ ਪੈਗੰਬਰ ਦੀਦਾਰ ਕਰਾਏ, ਕਿਰਪਾ ਕਰੋ ਮੈਨੂੰ ਮੇਰੇ ਪੈਗੰਬਰ ਮੁਹੰਮਦ ਸਾਹਿਬ ਦੇ ਦਰਸ਼ਨ ਦੀਦਾਰ ਕਰਾ ਦਿਓ। ਪੈਗੰਬਰ ਤੁਤ ਖੁਦਾਏ ਤੇ ਦੇਗੋ ਹਿੰਦਲ ਖਾਏ। ਤੇ ਮੈਂ ਆਪਣੇ ਪੈਗੰਬਰ ਕੋਲ ਜਾਵਾਂਗਾ, ਬੇਨਤੀ ਕਰਾਂਗਾ ਤੇ ਮੇਰਾ ਪੈਗੰਬਰ ਖੁਦਾ ਦੀ ਦਰਗਾਹ ਦੇ ਵਿੱਚੋਂ ਨਾ ਹਿੰਦੁਸਤਾਨ ਦੀ ਪਾਤਸ਼ਾਹੀ ਲਿਖਾ ਕੇ ਮੈਨੂੰ ਦੇ ਦੇਗਾ। ਜੋ ਪਈ ਤਬ
ਉਚਾਰੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਉਚਾਰੇ ਹਨ। ਸਾਡਾ ਸਾਡਾ ਲੈ ਜਾਵੇ ਦਰਗਹਿ ਦੁਆਰੇ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਕਰ ਵੀ ਜੇ ਜਾਣਾ ਹੀ ਹੈ ਨਾ ਆਸਾ ਲੈ ਜਾ। ਆਸਾ ਕਿਹਨੂੰ ਕਹਿੰਦੇ? ਸੋਟੇ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਬਤ ਭਾਈ ਗੁਰਦਾਸ ਜੀ ਲਿਖਦੇ ਨਾ, ਆਸਾ ਹੱਥ ਕਿਤਾਬ ਕੱਛ। ਮਹਾਰਾਜ ਦੇ ਹੱਥ ਵਿੱਚ ਸੋਟਾ ਤੇ ਕੱਛ ਵਿੱਚ ਕਿਤਾਬ। ਕਿਤਾਬ ਕਿਹੜੀ ਸੀ? ਜਿਹੜੀ ਬਾਣੀ ਮਹਾਰਾਜ ਲਿਖਦੇ ਸਨ, ਆਪਣੀ ਬਾਣੀ ਆਪ ਲਿਖਦੇ ਸਨ। ਜਦੋਂ ਉਚਾਰਦੇ ਸਨ ਨਾਲ ਦੀ ਨਾਲ ਬਾਣੀ ਸੰਭਾਲੀ ਜਾਂਦੇ ਸਨ ਲਿਖ ਲਿਖ ਕੇ, ਤੇ ਇੱਕ ਸੋਟਾ ਨਾਲ ਹੱਥ ਦੇ ਵਿੱਚ ਹੁੰਦਾ ਸੀਗਾ। ਸਤਿਗੁਰੂ ਜੀ ਕਹਿੰਦੇ ਬਾਬਰ ਇਸ ਤਰ੍ਹਾਂ ਕਰੇ, ਸਾਡਾ ਸੋਟਾ ਲੈ ਜਾ। ਸੋਚਣ ਵਾਲੀ ਗੱਲ ਹੈ, ਜੇ ਦਾ ਸੋਟਾ ਦਰਗਾਹ ਤੱਕ ਪਹੁੰਚਾ ਦਿੰਦਾ ਉਹ ਕਿੱਡਾ ਕੁ ਵਲੀ ਹੋਵੇਗਾ। ਮਹਾਰਾਜ ਕਹਿੰਦੇ ਸਾਡਾ ਸੋਟਾ ਲੈ ਜਾ, ਇਹ ਸਾਡਾ ਸੋਟਾ ਤੈਨੂੰ ਦਰਗਾਹ ਵਿੱਚ ਪਹੁੰਚਾ ਦੇਗਾ। ਸੋ ਆਸਾ ਉਸ ਦਇਓ ਫੜਾਏ। ਮਹਾਰਾਜ ਨੇ ਆਪਣਾ ਸੋਟਾ ਆਸਾ ਜਿਹੜਾ ਹੈ ਉਹ ਬਾਬਰ ਨੂੰ ਫੜਾ ਦਿੱਤਾ। ਹਰ ਭੂਮ ਬਿਸਤਰੋ ਬਹੀ ਬਣਾਏ। ਧਰਤੀ ਦੇ ਉੱਪਰ ਬਿਸਤਰਾ ਵਿਛਾ ਲਿਆ ਤੇ ਬਾਬਰ ਚੌਂਕੜਾ ਮਾਰ ਕੇ ਬਹਿ ਗਿਆ। ਧੂਪ ਦੀਪ ਕਰ ਮਸਤਕ ਧਰਿਓ। ਧੂਪ ਦੀਪ ਕਰਕੇ ਤੇ ਬੜੇ ਪ੍ਰੇਮ ਦੇ ਨਾਲ ਨਮਸਕਾਰ ਕੀਤੀ ਸਤਿਗੁਰਾਂ ਨੂੰ। ਜਿਤ ਚਾਹੋ ਤਿਤ ਜਾਏ ਪਰਿਓ। ਜਿਸ ਰਾਹ ਜਾਣਾ ਚਾਹੁੰਦਾ ਸੀ ਉਸੇ ਰਾਹ ਜਾ ਪਿਆ। ਸਤਨਾਮ ਕੋ ਜਾਪ ਜਪਈਓ। ਸਤਿਗੁਰੂ ਜੀ ਕਹਿੰਦੇ ਜਦੋਂ ਦਰਗਾਹ ਵਿੱਚ ਜਾਏਗਾ ਨਾ ਤੇ ਸਤਨਾਮ ਵਾਹਿਗੁਰੂ 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 ਦਾ ਜਾਪ ਜਪੇ। ਜੇ ਚਾਹੋ ਤਿਤ ਹੀ ਥਾਂ ਜਈਓ। ਜਿੱਥੇ ਜਾਣਾ ਚਾਹੇ ਨਾ ਉਸ ਜਗ੍ਹਾ ਤੇ ਚਲਾ ਜਾਵੀਂ। ਜਦੋਂ ਵਾਹਿਗੁਰੂ ਜਪੇਗਾ ਕੋਈ ਰੋਕ ਟੋਕ ਨਹੀਂ ਹੋਵੇਗੀ। ਪੈਗੰਬਰ ਲੈ ਤੁਝ ਜਾਵੇ। ਮਹਾਰਾਜ ਕਹਿੰਦੇ ਸਾਡਾ ਆਸਾ ਸੋਟਾ ਜਿਹੜਾ ਨਾ ਤੇਰੇ ਪੈਗੰਬਰ ਦੇ ਸਮੇਤ ਤੈਨੂੰ ਰੱਬ ਦੇ ਘਰ ਵਿੱਚ ਲੈ ਜਾਏਗਾ। ਜਿੱਥੇ ਤੂੰ ਜਾਣਾ ਨਾ ਤੇ ਜੇ ਪੈਗੰਬਰ ਵੀ ਤੇਰਾ ਨਾਲ ਜਾਣਾ ਚਾਹੇ ਉਹਨੂੰ ਵੀ ਆਪਣੇ ਨਾਲ ਲੈ ਜਾਵੀਂ। ਜਾਵਤ ਦਰਗਹਿ ਨਾ ਕੋ ਅਟਕਾਵੇ। ਸਤਿਗੁਰੂ ਕਹਿੰਦੇ ਜਦੋਂ ਦਰਗਾਹ ਵਿੱਚ ਜਾਓਗੇ ਨਾ ਤੇ ਤੈਨੂੰ ਕੋਈ ਅਟਕਾਏਗਾ ਨਹੀਂ, ਤੈਨੂੰ ਕੋਈ ਰੋਕ ਟੋਕ ਨਹੀਂ ਹੋਵੇਗੀ। ਜਹਾਂ ਪੈਗੰਬਰ ਇੱਕ ਬਾਰ ਗਇਓ। ਬਾਣੀ ਵਿੱਚ ਬਚਨ ਆਉਂਦਾ ਨਾ, ਠਾਕ ਨਾ ਹੋਤੀ ਤਿਨਹੁ ਦਰ ਜੇ ਹੋਵੋ ਸੋ ਪ੍ਰਸੰਨ। ਜਿਹਦੇ ਤੇ ਤੁਸੀਂ ਪ੍ਰਸੰਨ ਹੋ ਜਾਓ। ਠਾਕ ਦਾ ਅਖਰੀ ਅਰਥ ਹੁੰਦਾ ਰੁਕਾਵਟ। ਉਹਨਾਂ ਨੂੰ ਦਰਗਾਹ ਵਿੱਚ ਫਿਰ ਕੋਈ ਰੋਕ ਟੋਕ ਨਹੀਂ ਹੁੰਦੀ। ਰੇਰੇ ਦਰਗਹਿ ਕਹੈ ਨਾ ਕਉ ਆਓ ਬੈਠ ਆਦਰ ਸ਼ੁਭ ਦੇਉ। ਕੋਈ ਰੇਰੇ ਨਹੀਂ, ਓਏ ਓਏ ਨਹੀਂ ਕਹਿੰਦਾ ਵੀ ਕਿੱਥੇ ਚੱਲੇ ਹੋ, ਕਿੱਧਰ ਨੂੰ ਜਾ ਰਹੇ ਹੋ, ਕੋਈ ਨਹੀਂ ਪੁੱਛਦਾ। ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ, ਜਿਨ੍ਹਾਂ ਤੇ ਗੁਰੂ ਪ੍ਰਸੰਨ ਹੋ ਜਾਏ, ਉਹਨਾਂ ਨੂੰ ਤਾਂ ਸਤਿਕਾਰ ਨਾਲ ਕਹਿੰਦੇ ਆਓ ਜੀ ਬੈਠੋ ਜੀ। ਮਾਣ ਦਿੱਤਾ ਜਾਂਦਾ ਦਰਗਾਹ ਦੇ ਵਿੱਚ ਉਹਨਾਂ ਨੂੰ। ਇਸ ਕਰਕੇ ਸਾਧ ਸੰਗਤ ਜੀਓ, ਮਹਾਰਾਜ ਕਹਿੰਦੇ ਜਾਵਤ ਦਰਗਹਿ ਨਾ ਕਉ ਅਟਕਾਵੈ। ਜਦੋਂ ਵਾਹਿਗੁਰੂ ਵਾਹਿਗੁਰੂ ਜਪੇਗਾ ਦਰਗਾਹ ਵਿੱਚ ਤੈਨੂੰ ਕੋਈ ਵੀ ਰੋਕੇਗਾ ਨਹੀਂ, ਕੋਈ ਅਟਕਾਵੇਗਾ ਨਹੀਂ। ਕੁੰਡੇ ਹਿਰਤੇ ਥੇ ਫਿਰ ਆਇਓ। ਸਾਧ ਸੰਗਤ ਜੀ ਸਮੇਤ ਪੈਗੰਬਰ ਲੈ ਤੁਝ ਜਾਵੈ। ਤੇਰੇ ਪੈਗੰਬਰ ਦੇ ਸਮੇਤ ਤੈਨੂੰ ਲੈ ਕੇ ਜਾਏਗਾ। ਜਹਾਂ ਪੈਗੰਬਰ ਇੱਕ ਬਾਰ ਗਇਓ। ਇੱਕ ਵਾਰੀ ਮੁਹੰਮਦ ਸਾਹਿਬ ਜਿਹੜੇ ਸਨ ਇਸ ਤਰ੍ਹਾਂ ਉਹ ਆਪਣੇ ਘੋੜੇ ਤੇ, ਬਿਜਲੀ ਘੋੜੇ ਤੇ ਸਵਾਰ ਹੋ ਕੇ, ਕਥਾ ਆਉਂਦੀ ਹੈ ਵੀ ਉਹ ਇੱਦਾਂ ਜਿਹੜੇ ਮਿਰਾਜ ਸਨ ਉਹਨਾਂ ਨੂੰ ਖੁਦਾ ਦੀ ਦਰਗਾਹ ਵਿੱਚ ਦਰਸ਼ਨ ਕਰਾਉਣ ਵਾਸਤੇ ਲੈ ਗਏ। ਹਾਂਜੀ। ਅਬ ਘੜੀਆ ਭਾਵੈ ਰਹੋ ਚਾਰ। ਕੁੰਡੇ ਹਿਲਦੇ ਤੇ ਫਿਰ ਆਇਓ। ਤੇ ਕਹਿੰਦੇ ਵੀ ਦਰਗਾਹ ਵਿੱਚ ਕੋਈ ਰਹਿ ਨਹੀਂ ਸਕਦਾ, ਰੁਕ ਨਹੀਂ ਸਕਦਾ, ਤੇ ਦਰਵਾਜ਼ਾ ਨਹੀਂ ਖੁੱਲਦਾ ਦਰਗਾਹ ਦਾ ਕਿਸੇ ਵਾਸਤੇ। ਮੁਹੰਮਦ ਸਾਹਿਬ ਜਿਹੜੇ ਸਨ ਉਹ ਸਭ ਮਿਰਾਜ ਨੂੰ ਲੈ ਗਏ ਘੋੜੇ ਤੇ ਬਿਠਾ ਕੇ, ਨਾਲ ਹੀ ਵਾਪਸ ਆ ਗਏ। ਤੇ ਭਾਈ ਸਾਹਿਬ ਜੀ ਕਹਿੰਦੇ ਕੁੰਡੇ ਹਿਲਤੇ ਥੇ ਫਿਰ ਆਇਓ। ਜਦੋਂ ਦਰਵਾਜ਼ਾ ਬੰਦ ਹੋਇਆ ਨਾ ਉਹਨਾਂ ਦਾ ਜਿੱਥੋਂ ਗਏ ਸਨ, ਉਹ ਕੁੰਡਾ ਹਿਲਦਾ ਪਿਆ ਸੀਗਾ। ਜਿਵੇਂ ਦਰਵਾਜ਼ਾ ਬੰਦ ਕੀਤਾ ਤੇ ਕੁੰਡਾ ਹਿਲਦਾ ਸੀਗਾ। ਕੁੰਡਾ ਹਲੇ ਹਿਲ ਹੀ ਰਿਹਾ ਸੀ ਤੇ ਵਾਪਸ ਆ ਗਏ। ਦਰਵਾਜ਼ੇ ਦਾ ਕੁੰਡਾ ਜਦੋਂ ਦਰਵਾਜ਼ਾ ਬੰਦ ਕਰੋ ਤੇ ਹਿੱਲਣ ਲੱਗੇਗਾ ਤਾਂ ਕਿੰਨੀ ਕੁ ਦੇਰ ਹਿਲਦਾ ਰਹੇਗਾ? ਵੀ 10 ਸੈਕਿੰਡ 20 ਸੈਕਿੰਡ 30 ਸੈਕਿੰਡ, ਵੱਧ ਤੋਂ ਵੱਧ 1 ਮਿੰਟ ਵੀ ਨਹੀਂ ਕੁੰਡਾ ਹਿਲਦਾ। ਕਹਿੰਦੇ ਨੇ ਵੀ ਇੱਕ ਛਿਣ ਦੇ ਵਿੱਚ ਹੀ ਮੁਹੰਮਦ ਸਾਹਿਬ ਵਾਪਸ ਆ ਗਏ। ਦਰਗਾਹ ਵਿੱਚ ਰੁਕਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇੱਕ ਛਿਣ ਵਿੱਚ ਹੀ ਮੁੜ ਆਏ। ਹਲੇ ਉਹ ਕੁੰਡਾ ਦਰਵਾਜ਼ੇ ਦਾ ਹਿਲ ਹੀ ਰਿਹਾ ਸੀ ਕਿ ਉਹ ਵਾਪਸ ਵੀ ਮੁੜ ਕੇ ਆ ਗਏ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਹਨ, ਅਬ ਘੜੀਆਂ ਭਾਵੈ ਰਹੋ ਚਾਰ। ਬਾਬਰ ਜਾ, ਮੈਂ ਤੈਨੂੰ ਹੁਕਮ ਦੇਣਾ, ਤੂੰ ਭਾਵੇਂ ਦਰਗਾਹ 4 ਘੜੀਆਂ ਰਹਿ ਲਈ, ਤੈਨੂੰ ਕੋਈ ਨਹੀਂ ਰੋਕੇਗਾ। ਕੋਈ ਨਹੀਂ ਕਹੇਗਾ ਵੀ ਵਾਪਸ ਜਾ। ਕਿਤੇ ਉੱਥੇ ਇੱਕ ਛਿਨ ਨਹੀਂ ਕੋਈ ਰਹਿ ਸਕਦਾ। ਤੇ ਉੱਥੇ ਤੂੰ 4 ਘੜੀਆਂ ਦਰਗਾਹ ਵਿੱਚ ਰਹਿ ਕੇ ਵੇਖ ਲਵੀਂ। ਬਚਨ ਪੈਗੰਬਰ ਕਰਿਓ ਕਈ ਵਾਰ। ਤੇ ਤੂੰ ਜਾ ਕੇ ਆਪਣੇ ਪੈਗੰਬਰ ਦੇ ਨਾਲ ਬਚਨ ਵਿਲਾਸ ਕਰ ਲਵੀਂ। 4 ਘੜੀ ਲਗ ਰਹੋ ਦਰਗਾਹ। 4 ਘੜੀਆਂ ਤੱਕ ਤੂੰ ਪਰਮੇਸ਼ਰ ਦੀ ਦਰਗਾਹ ਵਿੱਚ ਰਹਿ ਲਵੀਂ। ਜੋ ਜੀ ਆਵੇ ਮੰਗੋ ਤਾਹਿ।
ਜੋ ਜੀ ਤੇਰੇ ਹਿਰਦੇ ਵਿੱਚ ਆਏ, ਜੋ ਤੇਰੇ ਮਨ ਵਿੱਚ ਆਏ, ਜੋ ਤੂੰ ਮੰਗਣਾ ਚਾਹੁੰਦੇ ਆਪਣੇ ਪੈਗੰਬਰ ਕੋਲੋਂ ਮੰਗ ਲਵੀਂ। ਦੋਹਰਾ ਔਰਨਿਸ ਬਾਬਰ ਕਰ ਉਡਿਓ ਵੱਡੋ ਅਚੰਭੋ ਜਾਨ। ਸਤਿਗੁਰਾਂ ਦੇ ਬਚਨ ਸੁਣ ਕੇ ਬੜਾ ਅਚੰਭਾ ਜਾਣ ਕੇ ਤੇ ਬਾਬਰ ਬਾਦਸ਼ਾਹ ਨੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰ ਆਖੀ ਸੋ ਕਰੀ ਲੈ ਆਸੋ ਕੀਓ ਪਿਆਨ। ਸਤਿਗੁਰਾਂ ਨੇ ਜੋ ਬਚਨ ਆਖੇ ਬਾਬਰ ਨੇ ਮੰਨ ਲਏ ਤੇ ਹਜ਼ੂਰ ਦਾ ਆਸਾ ਸੋਟਾ ਲੈ ਕੇ ਉਸੇ ਘੜੀ ਚੱਲ ਪਿਆ। ਜੋ ਪਈ ਜਾਏ ਬਾਬਰ ਨੇ ਸੋਈ ਕਰੀ। ਜਿਸ ਤਰ੍ਹਾਂ ਮਹਾਰਾਜ ਨੇ ਹੁਕਮ ਕੀਤਾ ਸੀ ਧਰਤੀ ਤੇ ਉਹਨੇ ਬਸਤਰ ਵਿਛਾ ਲਿਆ, ਬਹਿ ਗਿਆ, ਧੂਪ ਦੀਪ ਬਾਲ ਕੇ ਨਮਸਕਾਰ ਕੀਤੀ, ਵਾਹਿਗੁਰੂ ਵਾਹਿਗੁਰੂ ਜਪਿਆ ਤੇ ਉਸੇ ਵਕਤ ਹੀ ਸਾਧ ਸੰਗਤ ਜੀ ਆਸਾ ਜਿਹੜਾ ਸੀ ਨਾ ਸੋਟਾ ਉਹਨੂੰ ਲੈ ਕੇ ਅਸਮਾਨ ਵਿੱਚ ਉੱਡ ਗਿਆ ਹੈ। ਲੈ ਆਸਾ ਉਡਿਓ ਉਸ ਹੀ ਘਰੀ। ਉਸੇ ਘੜੀ ਸਾਧ ਸੰਗਤ ਜੀ ਉਹ ਆਸਾ ਲੈ ਕੇ ਉਹਨੂੰ ਆਕਾਸ਼ ਵਿੱਚ ਉੱਡ ਪਿਆ। ਪਹੁੰਚਿਓ ਸਤਵੇਂ ਆਕਾਸ਼। ਜਿੱਥੇ ਉਹ ਮੰਨਦੇ ਨੇ ਵੀ ਸਤਵੇਂ ਆਕਾਸ਼ ਦੇ ਵਿੱਚ ਰੱਬ ਰਹਿੰਦਾ ਤੇ ਸਤਵੇਂ ਆਕਾਸ਼ ਵਿੱਚ ਉਹ ਆਸਾ ਲੈ ਕੇ ਉਹਨੂੰ ਜਾ ਪਹੁੰਚਿਆ। ਪਹੁੰਚਿਓ ਵਹਿ ਦਰਗਹਿ ਖਾਸ। ਜਿੱਥੇ ਖਾਸ ਦਰਗਾਹ ਸੀ ਨਾ ਦਰਗਾਹ ਵਿੱਚ ਜਾ ਪਹੁੰਚਿਆ ਹੈ। ਰਹੇ ਕੁੰਡੇ ਅੜਾਏ। ਅੱਗੇ ਦਰਗਾਹ ਦਾ ਦਰਵਾਜ਼ਾ ਬੰਦ ਸੀ, ਕੁੰਡੇ ਲੱਗੇ ਹੋਏ ਸਨ, ਮੋٹے-ਮੋٹے ਤਾਲੇ ਲੱਗੇ ਸਨ, ਬੰਦ ਸੀ। ਜੋ ਨਹਿ ਖੁੱਲੇ ਪੈਗੰਬਰ ਜਾਏ। ਕਹਿੰਦੇ ਜੇ ਪੈਗੰਬਰ ਵੀ ਚਲਾ ਜਾਏ ਨਾ ਤਾਂ ਵੀ ਨਹੀਂ ਖੁੱਲਦੇ। ਦਰਗਾਹ ਦਾ ਦਰਵਾਜ਼ਾ ਜਿਹੜਾ ਉਹ ਕਿਸੇ ਲਈ ਨਹੀਂ ਖੁੱਲਦਾ, ਉਹ ਕੇਵਲ ਪ੍ਰਭੂ ਦੇ ਪਿਆਰਿਆਂ ਲਈ ਖੁੱਲਦਾ ਹੈ। ਸਤਿਨਾਮ ਜਪ ਬਾਬਰ ਪੁਕਾਰੇ। ਆਹ ਬਾਬਰ ਨੇ ਜਦੋਂ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਹੈ, ਤੁਰਤ ਫੁਰਤ ਹੀ ਖੁੱਲੇ ਕਿਵਾਰੇ। ਬਸ ਸਤਨਾਮ ਵਾਹਿਗੁਰੂ ਕਹਿੰਦਾ ਤੁਰੰਤ ਹੀ ਦਰਵਾਜ਼ੇ ਖੁੱਲ ਗਏ। ਆ ਜਿਹੜਾ ਮਹਾ ਮੰਤਰ ਵਾਹਿਗੁਰੂ ਵਾਹਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਨਾ ਖਾਲਸੇ ਪੰਥ ਨੂੰ, ਉਹਦੀ ਮਹਿਮਾ ਹੈ। ਜਿਹੜਾ ਦਰਵਾਜ਼ਾ ਕਿਸੇ ਪੀਰ ਪੈਗੰਬਰ ਲਈ ਨਹੀਂ ਖੁੱਲਦਾ, ਕਿਸੇ ਦੇ ਆਖਿਆਂ ਨਹੀਂ ਖੁੱਲਦਾ, ਉਹ ਦਰਵਾਜ਼ਾ ਵਾਹਿਗੁਰੂ ਕਹਿਣ ਦੇ ਨਾਲ ਖੁੱਲ ਗਿਆ। ਤੇ ਸਿੱਖਾਂ ਨੂੰ ਆਖਿਆ ਗੁਰੂ ਕੇ ਸਿੱਖੋ ਇਹ ਮਹਾ ਮੰਤਰ ਵਾਹਿਗੁਰੂ ਸ਼ਬਦ ਜਿਹੜਾ ਮਹਾਰਾਜ ਨੇ ਤੁਹਾਨੂੰ ਬਖਸ਼ਿਆ ਹੈ ਇਹ ਜਪਿਆ ਕਰੋ। ਜਿਉਂ-ਜਿਉਂ ਜਪੋਗੇ ਤੇ ਦਰਗਾਹ ਦੇ ਦਰਵਾਜ਼ੇ ਤੁਹਾਡੇ ਲਈ ਖੁੱਲ ਜਾਣਗੇ, ਦਰਗਾਹ ਵਿੱਚ ਜਾ ਕੇ ਤੁਹਾਡਾ ਵਾਸਾ ਹੋ ਜਾਵੇਗਾ। ਨਾਨਕ ਕੋ ਝੰਡਾ ਝੂਲੇ। ਉਥੇ ਕੀ ਵੇਖਿਆ? ਆ ਜਿਹੜਾ ਨਿਸ਼ਾਨ ਸਾਹਿਬ ਬਾਹਰ ਝੁੱਲਦਾ ਨਾ, ਇਹ ਨਹੀਂ ਕਿ ਕੋਈ ਝੰਡਾ ਹੀ ਹੈ ਵੀ ਪੈਪ ਲੈ ਕੇ ਤੇ ਉੱਤੇ ਬਸਤਰ ਚੜਾ ਦਿੱਤਾ ਵੀ ਚਲੋ ਨਿਸ਼ਾਨ ਸਾਹਿਬ ਬਣ ਗਿਆ। ਇਹ ਦਰਗਾਹ ਵਿੱਚੋਂ ਆਇਆ, ਦਰਗਾਹ ਵਿੱਚੋਂ। ਜਦੋਂ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਆ ਨਾ, ਸ੍ਰੀ ਅਸ ਤੁਜ ਯੂ ਕਰੀ ਹੋ ਰੱਛਾ। ਅਸ ਤੁਜ ਕਿਹਨੂੰ ਕਹਿੰਦੇ ਨੇ? ਜਿਹਦੇ ਅਸ ਨਾਮ ਹੁੰਦਾ ਨਿਸ਼ਾਨ ਦਾ, ਝੰਡੇ ਦਾ। ਅਸ ਤੁਜ ਮਾਫ ਕਰਨਾ, ਅਸ ਨਾਮ ਹੁੰਦਾ ਤਲਵਾਰ ਦਾ, ਅਸ ਤੁਜ ਨਾਮ ਹੁੰਦਾ ਝੰਡੇ ਦਾ। ਸ੍ਰੀ ਅਸ ਤੁਜ ਉਹ ਵਾਹਿਗੁਰੂ ਜਿਹਦੇ ਤੁਜ ਝੰਡੇ ਉੱਪਰ ਅਸ ਤਲਵਾਰ ਦਾ ਚਿੰਨ੍ਹ ਹੈ। ਤੇ ਦੁਨੀਆ ਦੇ ਵਿੱਚ ਕੇਵਲ ਇੱਕ ਗੁਰੂ ਦਾ ਨਿਸ਼ਾਨ ਹੈ ਜਿਹਦੇ ਤੇ ਤਲਵਾਰ ਦੇ ਚਿੰਨ੍ਹ, ਖੰਡੇ ਦੇ ਚਿੰਨ੍ਹ ਨੇ। ਇਹ ਹੈ ਅਸ ਤੁਜ। ਇਹ ਪਰਮੇਸ਼ਰ ਦਾ ਚਿੰਨ੍ਹ, ਅਕਾਲ ਪੁਰਖ ਦਾ ਚਿੰਨ੍ਹ ਹੈ। ਚੌਪੀ ਸਾਹਿਬ ਦੀ ਬਾਣੀ ਵਿੱਚ ਕਈ ਵਾਰੀ ਇਹ ਬਚਨ ਜਿਹੜਾ ਆਪਾਂ ਨੂੰ ਪੜ੍ਹਨ ਵਾਸਤੇ ਪ੍ਰਾਪਤ ਹੁੰਦਾ ਹੈ। ਖੜਗ ਕੇਤ ਮੈਂ ਸਰਣ ਤਿਹਾਰੀ। ਅਸ ਤੁਜ ਤੇ ਖੜਗ ਕੇਤ ਦੋਹਾਂ ਦੇ ਅਰਥ ਇੱਕੋ ਨੇ। ਕੇਤ ਨਾਮ ਹੁੰਦਾ ਝੰਡੇ ਦਾ, ਨਿਸ਼ਾਨ ਦਾ, ਤੇ ਖੜਗ ਨਾਮ ਹੁੰਦਾ ਤਲਵਾਰ ਦਾ। ਅਸ ਤੁਜ ਖੜਗ ਕੇਤ ਵਾਹਿਗੁਰੂ ਨੂੰ ਕਹਿੰਦੇ ਨੇ। ਤੇ ਇਹ ਨਿਸ਼ਾਨ ਜਿਹੜਾ ਇਹ ਖੜਗ ਕੇਤ ਹੈ, ਇਹ ਨਿਸ਼ਾਨ ਜਿਹੜੇ ਬਾਹਰ ਝੂਲਦੇ ਨੇ ਗੁਰੂ ਘਰਾਂ ਦੇ ਵਿੱਚ, ਇਹ ਅਸ ਤੁਜ ਅਕਾਲ ਪੁਰਖ ਦੇ ਚਿੰਨ੍ਹ ਨੇ। ਇਹ ਕਿੱਥੋਂ ਆਏ ਨੇ? ਸੱਚਖੰਡ ਵਿੱਚੋਂ ਆਏ ਨੇ। ਤੇ ਸਾਧ ਸੰਗਤ ਭਾਈ ਰਤਨ ਸਿੰਘ ਕਹਿੰਦੇ ਜਦੋਂ ਬਾਬਰ ਗਿਆ ਤਹਾਂ ਨਾਨਕ ਕੋ ਝੰਡਾ ਝੂਲੈ। ਉੱਥੇ ਗੁਰੂ ਨਾਨਕ ਸਾਹਿਬ ਦਾ ਨਿਸ਼ਾਨ ਜਿਹੜਾ ਸੀ ਉਹ ਸੱਚਖੰਡ ਵਿੱਚ ਝੁਲਦਾ ਹੈ। ਸਿੱਖ ਬੈਠੇ ਬਾਣੀਆਂ ਪੜ੍ਹ ਰਹੇ ਨੇ, ਪ੍ਰਭੂ ਦੇ ਭਗਤ ਬਹਿ ਕੇ ਬਾਣੀਆਂ ਪੜ੍ਹ ਰਹੇ ਨੇ, ਪੋਥੀਆਂ ਖੁੱਲੀਆਂ ਨੇ ਬਾਣੀ ਦੀਆਂ। ਇਹ ਬਾਣੀ ਮਹਾਰਾਜ ਲੈ ਕੇ ਆਏ ਨਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। ਇਹ ਨਹੀਂ ਕਿ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਉਦੋਂ ਹੀ ਕੇਵਲ ਉਚਾਰਨ ਕੀਤੀ ਹੈ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਸੰਸਾਰ ਵਿੱਚ ਆਏ। ਨਹੀਂ, ਇਹ ਬਾਣੀ ਖੁਦਾ ਤੋਂ, ਸੱਚਖੰਡ ਤੋਂ ਗੁਰੂ ਨਾਨਕ ਸਾਹਿਬ ਜੀ ਲੈ ਕੇ ਆਏ। ਬਾਣੀ ਤਾਂ ਪਹਿਲਾਂ ਹੀ ਮੌਜੂਦ ਸੀ, ਬਸ ਸੱਚਖੰਡ ਵਿੱਚੋਂ ਲਿਆ ਕੇ ਬਾਣੀ ਪ੍ਰਗਟ ਕੀਤੀ ਸਿੱਖਾਂ ਦੇ ਸਾਹਮਣੇ। ਬਾਣੀ ਜੁਗੋ ਜੁਗਾ ਟਲ ਹੈ ਨਾ, ਸदैव ਕਾਲ ਰਹਿਣ ਵਾਲੀ। ਜਿੰਨੀ ਦੇਰ ਤੱਕ ਵਾਹਿਗੁਰੂ ਉਨੀ ਦੇਰ ਤੱਕ ਇਹ ਬਾਣੀ ਹੈ ਖਾਲਸਾ ਜੀ। ਇਸ ਕਰਕੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਮੈਂ ਨਹੀਂ ਬਾਣੀ ਉਚਾਰੀ, ਜਿਵੇਂ ਉਹ ਖਸਮ ਦੀ ਬਾਣੀ ਆਉਂਦੀ ਹੈ ਨਾ, ਕਾਲ ਪੁਰਖ ਦੀ ਬਾਣੀ ਆਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੈਸੜਾ ਕਰੀ ਗਿਆਨ ਵੇ ਲਾ ਲੋ।
ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਮੈਂ ਆਪ ਨਹੀਂ ਕੁਝ ਬੋਲਣਾ ਜਾਣਦਾ, ਜੋ ਵਾਹਿਗੁਰੂ ਦਾ ਹੁਕਮ ਹੋਇਆ ਮੈਂ ਉਹੀ ਉਚਾਰਨ ਕੀਤਾ। ਇਹ ਬਾਣੀ ਪਹਿਲਾਂ ਹੀ ਸੱਚਖੰਡ ਵਿੱਚ ਮੌਜੂਦ ਸੀ, ਗੁਰੂ ਸਾਹਿਬ ਨੇ ਪ੍ਰਗਟ ਕਰਕੇ ਸਾਡੀ ਝੋਲੀ ਵਿੱਚ ਪਾਈ। ਸਿੱਖੋ, ਕਲਯੁਗ ਵਿੱਚ ਇਹ ਬਾਣੀ ਤੁਹਾਡਾ ਕਲਿਆਣ ਕਰ ਦੇਗੀ। ਧੁਰ ਕੀ ਬਾਣੀ ਆਈ, ਇਹ ਧੁਰ ਦੀ ਬਾਣੀ ਸੱਚਖੰਡ ਵਿੱਚੋਂ ਆਈ ਹੈ। ਜਿਨ੍ਹਾਂ ਨੇ ਪੜ੍ਹੀ ਤਿਨ ਸਗਲੀ ਚਿੰਤ ਮਿਟਾਈ, ਬਾਣੀ ਨੇ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਮਿਟਾ ਦਿੱਤੀਆਂ। ਪੜ੍ਹੈ ਬਾਣੀਆਂ ਪੋਥੀਆਂ ਨੂੰ ਖੁੱਲ੍ਹੈ, ਬਾਣੀ ਦੀਆਂ ਪੋਥੀਆਂ ਖੁੱਲੀਆਂ ਹੋਈਆਂ ਨੇ ਤੇ ਭਗਤ ਰੱਬ ਦੇ ਪਿਆਰੇ ਪ੍ਰੇਮ ਨਾਲ ਬਾਣੀ ਪੜ੍ਹ ਰਹੇ ਹਨ। ਇਹ ਜਿਹੜਾ ਕੀਰਤਨ ਇਹ ਵੀ ਪ੍ਰਗਟ ਕੀਤਾ ਮਹਾਰਾਜ ਨੇ। ਇਹ ਸੱਚਖੰਡ ਵਿੱਚ ਲਗਾਤਾਰ ਕੀਰਤਨ ਹੁੰਦਾ ਰਹਿੰਦਾ। ਜਿਵੇਂ ਸ੍ਰੀ ਹਰਿਮੰਦਰ ਸਾਹਿਬ ਜਾਓ ਨਾ, ਐਵੇਂ ਨਹੀਂ ਸੱਚਖੰਡ ਕਹਿੰਦੇ, ਬੈਕੁੰਠ ਕਹਿੰਦੇ ਸ੍ਰੀ ਹਰਿਮੰਦਰ ਸਾਹਿਬ ਨੂੰ। 8 ਪਹਿਰ ਬਾਣੀ ਦਾ ਕੀਰਤਨ ਲਗਾਤਾਰ ਹੁੰਦਾ ਰਹਿੰਦਾ, ਬਾਣੀ ਦੀਆਂ ਧੁਨਾਂ ਉੱਠਦੀਆਂ ਰਹਿੰਦੀਆਂ ਨੇ। ਇਹ ਕਿੱਥੇ ਕੀਰਤਨ ਹੁੰਦਾ ਹੈ? ਸੱਚਖੰਡ ਦੇ ਵਿੱਚ ਕੀਰਤਨ ਹੁੰਦਾ ਹੈ, ਅਕਾਲ ਪੁਰਖ ਦੀ ਦਰਗਾਹ ਵਿੱਚ। ਰਬਾਬ ਵਜਾਵੇਂ ਗਾਵੇ ਰਾਗ, ਪ੍ਰੇਮੀ ਜਿਹੜੇ ਬਹਿ ਕੇ ਪ੍ਰੇਮ ਦੇ ਨਾਲ ਰਬਾਬ ਵਜਾ ਰਹੇ ਨੇ, ਉਹ ਰਬਾਬ ਗੁਰੂ ਨਾਨਕ ਸਾਹਿਬ ਨੇ ਮਾਤਲੋਕ ਦੀ ਧਰਤੀ ਤੇ ਪ੍ਰਗਟ ਕੀਤੀ, ਜਿਹੜੀ ਭਾਈ ਮਰਦਾਨੇ ਨੇ ਵਜਾਈ ਰਬਾਬ। ਤੇ ਪ੍ਰੇਮ ਦੇ ਨਾਲ ਬਹਿ ਕੇ ਗੁਰਬਾਣੀ ਨੂੰ ਗਾਇਨ ਕਰਦੇ ਨੇ। ਉਹ ਜਿਹੜੀ ਬਾਣੀ ਜਿਹੜੀ ਰਾਗਾਂ ਦੇ ਨਾਲ ਭਰੀ ਹੋਇਆ ਭਰਪੂਰ ਹੈ। ਇਸ ਤਰ੍ਹਾਂ ਜਿਹੜੇ ਭਗਤ ਹਨ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹਿਆ ਹੋਇਆ ਹੈ। 8 ਪਹਿਰ ਬੈਠੇ ਹੋਏ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪਦੇ ਹਨ। ਇਸ ਤਰ੍ਹਾਂ ਬਾਬਰ ਨੇ ਜਦੋਂ ਜਾ ਕੇ ਵੇਖਿਆ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਜਿਹੜਾ ਨਿਸ਼ਾਨ ਸਾਹਿਬ ਸੀ ਉਹ ਸੱਚਖੰਡ ਵਿੱਚ ਝੂਲਦਾ ਹੈ। ਜਿਸ ਜਗ੍ਹਾ ਤੇ ਉਹ ਸੱਚਾ ਸਾਹਿਬ ਵਸਦਾ ਹੈ ਨਾ, ਜਿਹਨੂੰ ਮਹਾਰਾਜ ਆਪ ਕਹਿੰਦੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਦੇ ਵੇਖੈ ਨਦਰ ਨਿਹਾਲ। ਉਹ ਸੱਚਖੰਡ ਜਿੱਥੇ ਵਾਹਿਗੁਰੂ ਆਪ ਵਸਦੇ ਨੇ, ਉਸ ਸੱਚਖੰਡ ਦਰਗਾਹ ਦੇ ਸਨਮੁਖ ਗੁਰੂ ਨਾਨਕ ਸਾਹਿਬ ਜੀ ਦੇ ਨਿਸ਼ਾਨ ਝੂਲਦੇ ਹਨ। ਕਹਿੰਦੇ ਨਿਸ਼ਾਨ ਸਾਹਿਬ ਦਾ ਰੰਗ ਕੈਸਾ ਹੈ? ਸੇਤ ਸੋ ਗੰਗਾ ਨੀਰ ਸਮ ਔ ਬਾਦਰ ਸਮ ਤਹਿ ਕਾਲ। ਜਿਵੇਂ ਚਿੱਟੇ ਰੰਗ ਦਾ ਪਾਣੀ ਹੈ ਨਾ ਗੰਗਾ ਦਾ, ਸੇਤ ਨਾਮ ਹੁੰਦਾ ਚਿੱਟੇ ਦਾ, ਪਰ ਜਦੋਂ ਪਾਣੀ ਵਹਿੰਦਾ ਹੈ ਬੜਾ ਸਵੱਛ ਜਿਹਾ ਸਾਫ਼ ਜਿਹਾ ਲੱਗਦਾ ਹੈ। ਤੇ ਫਿਰ ਨਾਲ ਬਚਨ ਆਇਆ ਕਿ ਜਿਵੇਂ ਆਕਾਸ਼ ਵਿੱਚ ਕਾਲੇ ਰੰਗ ਦਾ ਬੱਦਲ ਹੁੰਦਾ ਨਾ, ਕਾਲੇ ਰੰਗ ਦੀ ਭਾ ਮਾਰਦਾ, ਥੋੜਾ ਥੋੜਾ ਨੀਲਾ ਵੀ ਭਾ ਮਾਰਦਾ, ਥੋੜਾ ਥੋੜਾ ਕਾਲਾ। ਇੱਦਾਂ ਹੀ ਗੰਗਾ ਦਾ ਜਿਹੜਾ ਪਾਣੀ ਹੈ ਉਹ ਵੀ ਥੋੜਾ ਥੋੜਾ ਨੀਲੇ ਜਿਹੇ ਰੰਗ ਦਾ ਨਜ਼ਰ ਆਉਂਦਾ ਹੈ। ਚਿੱਟਾ ਹੈ ਤੇ ਨੀਲੇ ਰੰਗ ਦੀ ਸੁਰਮੀ ਕਲਰ ਦੀ ਥੋੜੀ ਜਿਹੀ ਉਹ ਭਾ ਮਾਰਦਾ ਹੈ। ਇਹੋ ਜਿਹਾ ਨਿਸ਼ਾਨ ਜਿਹਨੂੰ ਕਹਿੰਦੇ ਨੀਲੇ ਰੰਗ ਦਾ ਨਿਸ਼ਾਨ, ਉਹ ਸੱਚਖੰਡ ਦਰਗਾਹ ਵਿੱਚ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਝੂਲਦਾ ਹੈ। ਨੀਲੇ ਰੰਗ ਦਾ ਨਿਸ਼ਾਨ ਤੇ ਕੇਸਰੀ ਪਟ ਕੋ ਸੰਗ ਹਿਲੈ। ਕੇਸਰੀ ਜਿਹੜਾ ਰੰਗ ਹੈ, ਜਿਹਨੂੰ ਆਪਾਂ ਪੀਲਾ ਰੰਗ ਕਹਿ ਦਿੰਦੇ ਹਾਂ ਆਮ ਸ਼ਬਦਾਂ ਵਿੱਚ, ਹੁੰਦਾ ਕੇਸਰੀ ਰੰਗ ਹੈ। ਕੇਸਰੀ ਰੰਗ ਦੀਆਂ ਤਲਵਾਰਾਂ ਬਣੀਆਂ ਹੋਈਆਂ ਨੇ, ਖੰਡੇ ਬਣੇ ਹੋਏ ਨੇ ਨਿਸ਼ਾਨ ਸਾਹਿਬ ਦੇ ਉੱਪਰ, ਤੇ ਉਹ ਪਟ ਹਿਲੈ। ਉਹ ਫਿਰ ਫਰਲਾ ਜਿਹੜਾ ਨਾ, ਜਿਹਦੇ ਉੱਪਰ ਕੇਸਰੀ ਰੰਗ ਦੇ ਸ਼ਸਤਰ ਆਦਿਕ ਬਣੇ ਹੋਏ ਨੇ, ਤੇ ਉਹ ਹਿਲਦੇ ਨੇ, ਝੂਲਦੇ ਨੇ। ਨਿਸ਼ਾਨ ਸਾਹਿਬ ਦਾ ਫਰਲਾ ਆਕਾਸ਼ ਵਿੱਚ ਝੂਲਦਾ ਹੈ। ਕੈਸੇ? ਬਿਜਲੀ ਜੈਸੇ ਖਿਆਲ, ਜੈਸੇ ਆਕਾਸ਼ ਵਿੱਚ ਤੇਜ਼ੀ ਨਾਲ ਬਿਜਲੀ ਚਮਕਦੀ, ਤੇ ਬਿਜਲੀ ਦੇ ਵਾਂਗੂ ਉਹ ਝੂਲਦਾ ਹੈ ਭਾਈ ਨਿਸ਼ਾਨ ਸਾਹਿਬ। ਜਿਹੜੇ ਸੇਵਾਦਾਰ ਬਾਬਰ ਨੂੰ ਨਾਲ ਲੈ ਕੇ ਗਏ, ਇਸ ਤਰ੍ਹਾਂ ਸਤਿਗੁਰਾਂ ਦੀ ਜਿੱਥੇ ਧਰਮਸ਼ਾਲਾ ਸੀ ਨਾ, ਗੁਰਦੁਆਰਾ ਸ਼ਸ਼ੋਭਾ ਸੀ, ਉੱਥੇ ਜਾ ਕੇ ਵਿਖਾਇਆ ਵੀ ਇਹ ਧਰਮਸ਼ਾਲਾ ਗੁਰੂ ਨਾਨਕ ਸਾਹਿਬ ਦੀ ਹੈ। ਸੰਤ ਸਾਧ ਉੱਥੇ ਡੇਰਾ ਲਾ ਕੇ ਬੈਠੇ ਨੇ। ਇਹਨੂੰ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤੇ ਠਾਓ। ਇਹ ਬੇਗਮਪੁਰਾ ਹੈ, ਇਹ ਜਿਹੜਾ ਸ਼ਹਿਰ ਜਿੱਥੇ ਰੱਬ ਦੇ ਪਿਆਰੇ ਪ੍ਰਭੂ ਦੇ ਅਕਾਲ ਪੁਰਖ ਦੇ ਪਿਆਰੇ ਵਸਦੇ ਹਨ। ਤੇ ਕੋਈ ਉੱਥੇ ਆਨੰਦ ਦੇ ਵਿੱਚ ਬੈਠੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਸਮੋਏ ਹੋਏ ਸੁਰਤ ਨੂੰ ਆਨੰਦ ਲੈ ਰਹੇ ਨੇ, ਬੇਪਰਵਾਹ ਹੋ ਕੇ ਬੈਠੇ ਹਨ। ਰਿੱਧੀਆਂ ਸਿੱਧੀਆਂ 8 ਪੈਰ ਉੱਤੇ ਹਾਜ਼ਰ ਰਹਿੰਦੀਆਂ ਹਨ। ਦੇਵਤਿਆਂ ਦੇ 5 ਦਰਖਤ ਨੇ। ਇੱਕ ਦਰਖਤ ਹੈ ਜਿਹਨੂੰ ਕਲਪ ਬ੍ਰਿਛ ਕਹਿੰਦੇ ਨੇ,
ਜਿਹਨੂੰ ਪਾਰ ਜਾਤ ਵੀ ਕਿਹਾ ਜਾਂਦਾ। ਪਾਰ ਜਾਤ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਆਪਾਂ ਸੁਖਮਨੀ ਸਾਹਿਬ ਵਿੱਚ ਵੀ ਪੜ੍ਹਦੇ ਹਾਂ। ਇਹ ਜਿਹੜਾ ਪਾਰ ਜਾਤ ਇਹਨੂੰ ਕਲਪ ਬ੍ਰਿਸ਼ ਕਹਿੰਦੇ ਨੇ। ਇਸੇ ਪ੍ਰਕਾਰ ਜਿਹੜਾ ਦੂਸਰਾ ਹੈ ਮੰਦਾਰ ਦਾ, ਤੀਸਰਾ ਹਰ ਚੰਦਨ ਤੇ ਚੌਥਾ ਸੰਤਾਨ। ਕਲਪ, ਮੰਦਾਰ, ਹਰ ਚੰਦਨ, ਪਾਰ ਜਾਤ ਤੇ ਸੰਤਾਨ, ਇਹ 5 ਪ੍ਰਕਾਰ ਦੇ ਦਰਖਤ ਨੇ ਜਿਹੜੇ ਦੇਵਤਿਆਂ ਦੇ ਪਾਸ ਹੁੰਦੇ ਨੇ। ਤੇ ਇਹ ਜਿਹੜੇ ਪੰਜੇ ਦੇ ਪੰਜੇ ਹੀ ਦਰਖਤ ਕਹਿੰਦੇ ਸੱਚਖੰਡ ਦੇ ਵਿੱਚ ਸੁਸ਼ੋਭਿਤ ਹਨ। ਹਾਂਜੀ। ਹੋਰ ਬਿਰਛ ਫੂਲੇ ਫਲੇ ਕਾਮ ਧੇਨ ਘਰ ਘਰਾਨ। ਇਸੇ ਪ੍ਰਕਾਰ ਇਸ ਤੋਂ ਇਲਾਵਾ ਹੋਰ ਵੀ ਬੜੇ ਬ੍ਰਿਛ ਨੇ ਜਿਹੜੇ ਫਲ ਤੇ ਫੁੱਲਾਂ ਦੇ ਨਾਲ ਭਰੇ ਹੋਏ ਨੇ, ਲੱਦੇ ਹੋਏ ਨੇ। ਸੱਚਖੰਡ ਦੀ ਬੜੀ ਸ਼ੋਭਾ ਹੈ, ਹਰ ਪ੍ਰਕਾਰ ਦੀ ਚੀਜ਼ ਉੱਥੇ ਮੌਜੂਦ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਹਨ ਕਾਮ ਧੇਨ ਘਰ ਘਰਾਨ। ਜਿਹੜੀ ਕਾਮ ਧੇਨ ਗਊ ਹੈ ਨਾ, ਇਹ ਦੇਵਤਿਆਂ ਦੀ ਗਊ ਮੰਨੀ ਜਾਂਦੀ ਹੈ। ਜੋ ਸੇਵਾ ਕਰਕੇ ਮੰਗਦੇ ਨੇ ਉਹ ਸਭ ਕੁਝ ਉਹਨਾਂ ਨੂੰ ਦੇ ਦਿੰਦੀ। ਇਹੋ ਜਿਹੀਆਂ ਹਜ਼ਾਰਾਂ ਕਾਮ ਧੇਨ ਗਊਆਂ ਜਿਹੜੀਆਂ ਉਹ ਪਰਮੇਸ਼ਰ ਦੇ ਸੱਚਖੰਡ ਵਿੱਚ ਮੌਜੂਦ ਨੇ, ਹਰ ਘਰ ਘਰ ਵਿੱਚ ਵਸਦੀਆਂ ਨੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨ। ਇਹ ਕਾਮ ਧੇਨ ਗਊ ਵੀ ਰੱਬ ਦੇ ਹੁਕਮ ਵਿੱਚ, ਉਹਦੇ ਵਸ ਵਿੱਚ ਹੈ। ਸੱਚਖੰਡ ਦੇ ਵਿੱਚ ਭਾਈ ਇਹ ਮੌਜੂਦ ਹੈ। ਚੋਪਈ ਚਿੰਤਾ ਮਨ ਸੋ ਕੰਧ ਚਿਨਾਈ। ਇੱਕ ਹੁੰਦੀ ਚਿੰਤਾ ਮਣ, ਉਹ ਮਣੀ ਹੱਥ ਵਿੱਚ ਲੈ ਕੇ ਜੋ ਚਿੰਤਨ ਕਰੋ ਨਾ ਉਹੀ ਮਿਲ ਜਾਂਦਾ, ਉਹਨੂੰ ਚਿੰਤਾਮਣ ਕਹਿੰਦੇ ਨੇ। ਉੱਥੇ ਤਾਂ ਚਿੰਤਾਮਣ ਦੀਆਂ ਕੰਧਾਂ ਚਿਣੀਆਂ ਹੋਈਆਂ ਨੇ। ਇੱਕ ਚਿੰਤਾਮਣ ਮਣੀ ਲੱਭਣੀ ਔਖੀ ਹੋ ਜਾਂਦੀ ਹੈ। ਸੱਚਖੰਡ ਵਿੱਚ ਚਿੰਤਾਮਣ ਮਣੀਆਂ ਦੀਆਂ ਕੰਧਾਂ ਬਣੀਆਂ ਹੋਈਆਂ ਹਨ। ਸੁਗੰਧੀ ਸੰਗ ਲਿਪਾਈ। ਇੱਕ ਹੁੰਦਾ ਉਹ ਸੋਨਾ ਜਿਹੜਾ ਸੁਗੰਧੀ ਵਾਲਾ ਸੋਨਾ ਹੁੰਦਾ। ਜਦੋਂ ਹਿੰਦੁਸਤਾਨ ਦੇ ਉੱਪਰ ਮੁਗਲ ਚੜ੍ਹ ਕੇ ਆਏ ਸਨ ਨਾ ਇੱਧਰੋਂ, ਤੇ ਸਾਧ ਸੰਗਤ ਜੀ ਦੁਰਾਨੀ ਵਰਗੇ ਆਏ, ਤੇ ਪਿੱਛੇ ਆਪਾਂ ਕਥਾ ਵੀ ਸਰਵਣ ਕਰ ਚੁੱਕੇ ਆ। 2 ਕਿਲੋ ਸੋਨਾ ਸੀ ਇਹ ਜਿਹੜਾ ਸੁਗੰਧੀ ਵਾਲਾ। 2 ਕਿਲੋ ਸੋਨਾ ਜਿਹੜਾ ਇੱਥੋਂ ਚੁੱਕ ਕੇ ਲੈ ਗਏ ਸਨ, ਉਹ ਹਿੰਦੁਸਤਾਨ ਵਿੱਚ ਰਹਿਣ ਨਹੀਂ ਦਿੱਤਾ। ਉਹ 2 ਕਿਲੋ ਸੋਨਾ ਜਿਹੜਾ ਬੜਾ ਕੀਮਤੀ ਸੀਗਾ। ਇੱਕ ਆਮ ਸੋਨਾ ਹੁੰਦਾ, ਇੱਕ ਸੁਗੰਧੀ ਵਾਲਾ ਸੋਨਾ ਹੁੰਦਾ। ਉਹ ਮਿਲਦਾ ਨਹੀਂ ਕਿਤੇ, ਨਾ ਕਿਸੇ ਕਦੇ ਵੇਖਿਆ ਹੋਇਆ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਸੱਚਖੰਡ ਵਿੱਚ ਸੁਗੰਧੀ ਵਾਲਾ ਜਿਹੜਾ ਸੋਨਾ, ਉਹਦੇ ਨਾਲ ਤਾਂ ਲਪਾਈ ਕੀਤੀ ਹੋਈ ਹੈ ਕੰਧਾਂ ਦੀ। ਚਿੰਤਾਮਣ ਦੀਆਂ ਕੰਧਾਂ ਬਣੀਆਂ ਹੋਈਆਂ, ਤੇ ਸੁਗੰਧੀ ਵਾਲਾ ਜਿਹੜਾ ਸੋਨਾ ਉਹਦੀ ਲਪਾਈ ਕੀਤੀ ਹੋਈ ਹੈ। ਇਸ ਤਰ੍ਹਾਂ ਬਡੂਰਜ ਇੱਕ ਤਰ੍ਹਾਂ ਦਾ ਸਬਜ਼ਾ, ਇਹਨੂੰ ਸਬਜ਼ਾ ਵੀ ਮੰਨਦੇ ਨੇ, ਪਰ ਇੱਕ ਤਰ੍ਹਾਂ ਦੀ ਮਣੀ ਵੀ ਕਹੀ ਜਾਂਦੀ ਹੈ। ਕਈ ਗਿਆਨੀ ਪੁਰਸ਼ ਇਹਦਾ ਅਰਥ ਸਬਜ਼ਾ ਵੀ ਕਰ ਦਿੰਦੇ, ਹਰੇ ਰੰਗ ਦਾ ਕੀਮਤੀ ਨਗ ਮਣ। ਤੇ ਇਸ ਤਰ੍ਹਾਂ ਜਿਹੜਾ ਬਡੂਰਜ ਮਣੀ ਹੈ, ਉਹਦੇ ਵੱਡੇ ਵੱਡੇ ਥੰਬੇ ਬਣਾਏ ਹੋਏ ਹਨ। ਇਸੇ ਪ੍ਰਕਾਰ ਕਹਿੰਦੇ ਜਿਹੜੀ ਚੰਦਨ ਦੀ ਲੱਕੜੀ ਜਿਹੜੀ ਬੜੀ ਮਹਿੰਗੀ ਹੈ, ਬੜੀ ਕੀਮਤੀ ਹੈ। ਤੇ ਜਿਹੜੀਆਂ ਛੱਤਾਂ ਨੇ ਉਹ ਚੰਦਨ ਦੀਆਂ ਲੱਕੜੀ ਦੀਆਂ ਛੱਤੀਆਂ ਹੋਈਆਂ ਹਨ। ਇਸ ਤਰ੍ਹਾਂ ਇੱਕ ਮੂੰਗਾ ਹੁੰਦਾ ਹੈ, ਲਾਲ ਰੰਗ ਦਾ ਜਿਹੜਾ ਰਤਨ ਸਮੁੰਦਰ ਵਿੱਚੋਂ ਪ੍ਰਾਪਤ ਹੁੰਦਾ ਨਾ, ਉਹ ਮੂੰਗਾ ਰਤਨ ਕਹਿੰਦੇ ਨੇ। ਉਹਦੇ ਦਰਵਾਜ਼ੇ ਲੱਗੇ ਨੇ, ਮੂੰਗਿਆਂ ਦੇ ਦਰਵਾਜ਼ੇ ਬਣੇ ਜਿਹੜੇ ਸੱਚਖੰਡ ਵਿੱਚ ਲੱਗੇ ਹੋਏ ਹਨ। ਚਿੱਤਰਕਾਰੀ ਪਾਰਸ ਕੀ ਠਾਠ। ਇਸੇ ਪ੍ਰਕਾਰ ਕਹਿੰਦੇ ਜਿਹੜੀ ਚਿੱਤਰਕਾਰੀ ਹੈ, ਇੱਕ ਪੱਥਰ ਹੈ ਜਿਹਨੂੰ ਆਪਾਂ ਪਾਰਸ ਕਹਿੰਦੇ ਆ, ਸਾਰੀਆਂ ਧਾਤਾਂ ਨੂੰ ਸੋਨਾ ਬਣਾ ਦਿੰਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਜਿਹੜਾ ਪੱਥਰ ਹੈ ਪਾਰਸ, ਉਹਦੇ ਨਾਲ ਚਿੱਤਰਕਾਰੀ ਕੀਤੀ ਹੋਈ ਹੈ। ਉੱਥੇ ਸੱਚਖੰਡ ਦੇ ਵਿੱਚ ਫੋਟੋਆਂ ਬਣੀਆਂ ਹੋਈਆਂ। ਚਿੱਤਰਕਾਰੀ ਦਾ ਭਾਵ ਹਰ ਪ੍ਰਕਾਰ ਦੀ ਉੱਥੇ ਦਰਖਤ ਬਣਾਏ ਨੇ, ਪਸ਼ੂ ਪਕਸ਼ੀ ਆਦਿਕ ਬਣਾਏ ਹੋਏ ਨੇ। ਇਹੋ ਜਿਹੀ ਚਿੱਤਰਕਾਰੀ ਜਿਹੜੀ ਆ ਬੜੀ ਕੀਮਤੀ, ਉਹ ਪਾਰਸ ਪੱਥਰ ਦੇ ਨਾਲ ਕੀਤੀ ਗਈ ਹੈ। ਇਸ ਪ੍ਰਕਾਰ ਬਾਬਰ ਨੂੰ ਪ੍ਰਭੂ ਦੇ ਸੇਵਕਾਂ ਨੇ ਸੱਚਖੰਡ ਦੀ ਸੈਰ ਕਰਾਈ ਹੈ। ਉਸ ਤੋਂ ਬਾਅਦ ਬਾਬਰ ਨੂੰ ਮੋੜ ਕੇ ਬਾਹਰ ਲੈ ਆਏ ਸੱਚਖੰਡ ਵਿੱਚੋਂ। ਫਿਰ ਉਧਰ ਭੇਜਿਆ ਗਿਆ ਜਿਸ ਪਾਸੇ ਪੈਗੰਬਰ ਭਾਵ ਮੁਹੰਮਦ ਸਾਹਿਬ ਰਹਿੰਦੇ ਹਨ। ਸਾਧ ਸੰਗਤ ਜੀ ਜਦੋਂ ਨੇੜੇ ਜੀ ਗਏ ਨਾ, ਜਿੱਥੇ ਪੈਗੰਬਰ ਮੁਹੰਮਦ ਸਾਹਿਬ ਜੀ ਰਹਿੰਦੇ ਨੇ, ਉੱਥੇ ਇੱਕ ਮੁਲਾਣਾ ਬੈਠਾ, ਉਹ ਬਾਂਗ ਦੇ ਰਹੇ ਆ। ਨਮਾਜ਼ ਦੇ ਵਕਤ ਉਹ ਬਾਂਗ ਦਿੰਦੇ ਮੁਲਾਣੇ। ਉਹਨੇ ਇਸ ਤਰ੍ਹਾਂ ਬਾਂਗ ਦਿੱਤੀ, ਜਦੋਂ ਬਾਬਰ ਨੇ ਵੇਖਿਆ
ਦਿਖਾਇਆ ਗਿਆ ਕਿ ਮੁਹੰਮਦ ਸਾਹਿਬ ਦਾ ਜਿਹੜਾ ਝੰਡਾ ਸੀ ਉਹ ਵੀ ਉੱਥੇ ਝੂਲਦਾ ਹੈ। ਕਿਉ ਨੀਲ ਸੋ ਬਹੁ ਦਿਨ ਹਾਇਓ। ਕਈ ਦਿਨਾਂ ਦਾ ਕਹਿੰਦੇ ਉੱਥੇ ਟੰਗਿਆ ਹੋਇਆ ਰੰਗਿਆ ਹੋਇਆ ਨੀਲੇ ਰੰਗ ਦਾ ਝੰਡਾ ਝੂਲਦਾ ਹੈ। ਪੈਗੰਬਰ ਹੁੱਤੀ ਮਸੀਤ। ਉਥੇ ਪੈਗੰਬਰ ਦੀ ਇੱਕ ਸੋਹਣੀ ਮਸੀਤ ਮਸਜਿਦ ਬਣੀ ਹੋਈ ਹੈ। ਹੈ ਸਵਾਰੀ ਆਪਣੀ। ਉਹਨਾਂ ਨੇ ਆਪਣੀ ਰੀਤ ਨਾਲ ਭਾਵ ਆਪਣੇ ਤਰੀਕੇ ਨਾਲ ਉਹਨੂੰ ਸਵਾਰਿਆ ਹੋਇਆ ਹੈ। ਬਾਬਰ ਪੈਗੰਬਰ ਦੇਖਿਓ ਖੜੋ। ਇਸ ਤਰ੍ਹਾਂ ਕਹਿੰਦੇ ਬਾਬਰ ਨੇ ਆਪਣੇ ਪੈਗੰਬਰ ਭਾਵ ਮੁਹੰਮਦ ਸਾਹਿਬ ਜੀ ਨੂੰ ਵੇਖਿਆ ਤੇ ਉਹਨਾਂ ਦੇ ਪਿੱਛੇ ਖਲੋ ਗਿਆ। ਕਭੀ ਉਠੈ ਕਭੀ ਲਾਂਭੋ ਪੜੋ। ਉਹਨਾਂ ਨੇ ਵੇਖਿਆ ਵੀ ਮੁਹੰਮਦ ਸਾਹਿਬ ਉੱਥੇ ਨਮਾਜ਼ ਪੜ੍ਹਦੇ ਸਨ। ਜਿਵੇਂ ਉਹ ਨਮਾਜ਼ ਪੜ੍ਹਦਿਆਂ ਝੁਕਦੇ ਨੇ, ਮੱਥਾ ਟੇਕਦੇ ਨੇ, ਫਿਰ ਬਹਿ ਜਾਂਦੇ ਨੇ, ਫਿਰ ਖਲੋ ਜਾਂਦੇ ਨੇ, ਆਪਣੇ ਤਰੀਕੇ ਨਾਲ ਜਿਵੇਂ ਨਮਾਜ਼ ਪੜ੍ਹਦੇ ਨੇ ਇਸ ਤਰ੍ਹਾਂ ਮੁਹੰਮਦ ਸਾਹਿਬ ਜੀ ਨਮਾਜ਼ ਪੜ੍ਹਦੇ ਸਨ। ਬਾਬਰ ਨੇ ਵੇਖਿਆ ਹੈ ਨਿਮਾਜ਼ ਤਹਿ ਆਪ ਰਸੂਲ। ਉਥੇ ਆਪ ਰਸੂਲ ਭਾ ਮੁਹੰਮਦ ਸਾਹਿਬ ਨਮਾਜ਼ ਪੜ੍ਹਦੇ ਹਨ। ਬੰਦਗੀ ਪੜਨ ਕਬੂਲ। ਇਸ ਗੱਲ ਕਰਕੇ ਨਮਾਜ਼ ਪੜ੍ਹ ਰਹੇ ਨੇ ਕਿ ਸਾਡੀ ਬੰਦਗੀ ਜਿਹੜੀ ਉਹ ਪਰਮੇਸ਼ਰ ਦੇ ਦਰ ਤੇ ਕਬੂਲ ਹੋ ਜਾਵੇ। ਪਿੱਛੇ ਖੜੇ ਤਹਿ ਚਾਰੋ ਯਾਰ। ਪਿੱਛੇ ਉਹਨਾਂ ਦੇ 4 ਯਾਰ ਖੜੇ ਨੇ। 4 ਯਾਰ ਦਾ ਭਾਵ ਵੀ ਇਹਨਾਂ ਨੂੰ 4 ਖਲੀਫੇ ਕਿਹਾ ਜਾਂਦਾ ਹੈ। ਮੁਹੰਮਦ ਸਾਹਿਬ ਜੀ ਤੋਂ ਬਾਅਦ ਉਹਨਾਂ ਦਾ ਰਾਜ ਪ੍ਰਬੰਧ ਤੇ ਧਰਮ ਦਾ ਜਿਨ੍ਹਾਂ ਪ੍ਰਚਾਰ ਕੀਤਾ ਉਹਨਾਂ ਨੂੰ ਖਲੀਫੇ ਕਹਿੰਦੇ ਨੇ। ਉਹਨਾਂ ਨੂੰ 4 ਯਾਰ ਵੀ ਕਿਹਾ ਗਿਆ। ਤੇ ਉਹਨਾਂ ਮੁਹੰਮਦ ਸਾਹਿਬ ਦੀਆਂ ਜਿਹੜੀਆਂ ਸੁਪਤਨੀਆਂ ਸਨ, 2 ਤਾਂ ਉਹਨਾਂ ਦੇ ਪਿਤਾ ਸਨ, ਇੱਕ ਉਹਨਾਂ ਜਿਹੜੀਆਂ ਉਹਨਾਂ ਦੀਆਂ ਸਾਧ ਸੰਗਤ ਬੇਟੀਆਂ ਸਨ। ਉਹਨਾਂ ਬੇਟੀਆਂ ਵਿੱਚੋਂ ਇੱਕ ਉਹਨਾਂ ਦਾ ਇਸ ਤਰ੍ਹਾਂ ਪਤੀ ਸੀਗਾ। ਇਸ ਤਰ੍ਹਾਂ 4 ਸਨ ਗਿਣਤੀ ਦੇ। ਇਸ ਤੋਂ ਬਾਅਦ ਵੀ ਖਲੀਫੇ ਹੋਏ ਪਰ ਇਹ 4 ਜਿਹੜੇ ਸਨ ਮੁਹੰਮਦ ਸਾਹਿਬ ਦੇ ਮਿੱਤਰ ਮੰਨੇ ਗਏ। ਸੋ ਇਸ ਪ੍ਰਕਾਰ ਇਹ 4 ਜਿਹੜੇ ਯਾਰ ਸਨ ਖਲੀਫੇ ਸਨ ਮੁਹੰਮਦ ਸਾਹਿਬ ਦੇ ਪਿੱਛੇ ਖਲੋ ਗਏ ਹਨ। ਕੇ ਪਾਛੇ ਪੀਰ ਹਜ਼ਾਰ। ਉਹਨਾਂ ਦੇ ਪਿੱਛੇ ਹਜ਼ਾਰਾਂ ਹੀ ਪੀਰ ਖੜੇ ਹੋਏ ਹਨ। ਮੇਰੇ ਪਾਛੇ ਜਾ ਬਾਬਰ ਖੜਾਇਆ। ਉਹਨਾਂ ਪੀਰਾਂ ਦੇ ਪਿਛਲੇ ਪਾਸੇ ਜਾ ਕਰਕੇ ਸੇਵਾਦਾਰ ਜਿਹੜੇ ਸਨ ਉਹਨਾਂ ਬਾਬਰ ਨੂੰ ਖੜਾ ਕਰ ਦਿੱਤਾ। ਪਾਸੇ ਮਾਜਰਾ ਪੈਗੰਬਰ ਸੁਣਾਇਆ। ਇਸ ਤਰ੍ਹਾਂ ਬਾਬਰ ਨੇ ਫਿਰ ਜਾ ਕੇ ਉੱਥੇ ਆਪਣਾ ਸਾਰਾ ਜਿਹੜਾ ਮਾਜਰਾ ਸੀ ਨਾ, ਸੋਟਾ ਹੱਥ ਵਿੱਚ ਸੀਗਾ ਜਿਹੜਾ ਗੁਰੂ ਸਾਹਿਬ ਨੇ ਦਿੱਤਾ, ਤੇ ਉਹ ਸਾਰਾ ਮਾਜਰਾ ਉਹਨੇ ਸੁਣਾਇਆ ਕਿ ਉਹ ਕਿਵੇਂ ਉੱਥੇ ਪਹੁੰਚਿਆ ਹੈ। ਪੈਗੰਬਰ ਲੀਨੋ ਬਾਬਰ ਬੁਲਾਏ। ਪੈਗੰਬਰ ਨੇ ਉਸੇ ਵਕਤ ਬਾਬਰ ਨੂੰ ਬੁਲਾ ਲਿਆ। ਇਸ ਖਾਤਰ ਆਇਓ ਮੋਹ ਪਾਹੇ। ਆਖਿਆ ਵੀ ਕਿਸ ਕਾਰਨ ਕਰਕੇ ਤੂੰ ਇੱਥੇ ਮੇਰੇ ਕੋਲ ਆਇਆ, ਕਿਉਂ ਆਇਆ, ਤੇਰੀ ਕੀ ਚਾਹਤ ਹੈ। ਬਾਬਰ ਕਹੀ ਮੈਂ ਚਾਹੋ ਪਾਤਸ਼ਾਹੀ। ਬਾਬਰ ਕਹਿਣ ਲੱਗਾ ਕਿ ਮੈਨੂੰ ਹਿੰਦੁਸਤਾਨ ਦੀ ਪਾਤਸ਼ਾਹੀ ਚਾਹੀਦੀ ਹੈ। ਹਿੰਦ ਤਖਤ ਸੋ ਸੂਬੇ ਬਾਈ। ਇਹ ਜੋ ਹਿੰਦੁਸਤਾਨ ਦਾ ਤਖਤ ਹੈ ਨਾ, ਇਹ 22 ਸੂਬਿਆਂ ਵਾਲਾ ਤਖਤ ਹੈ। ਮੈਨੂੰ ਇਹ ਤਖਤ ਚਾਹੀਦਾ। ਮੈਂ ਹਿੰਦੁਸਤਾਨ ਦਾ ਬਾਦਸ਼ਾਹ ਬਣਨਾ ਚਾਹੁੰਦਾ ਹਾਂ। ਪੈਗੰਬਰ ਦਿਓ ਜਵਾਬੇ। ਇਹ ਬਚਨ ਸੁਣ ਕੇ ਮੁਹੰਮਦ ਸਾਹਿਬ ਨੇ ਜਵਾਬ ਦੇ ਦਿੱਤਾ। ਹਿੰਦ ਪਾਤਸ਼ਾਹੀ ਨਹੀਂ ਹਮ ਤਾਬੇ। ਆਖਣ ਲੱਗੇ ਕਿ ਹਿੰਦੁਸਤਾਨ ਦੀ ਪਾਤਸ਼ਾਹੀ ਸਾਡੀ ਤਾਬਿਆ ਥੋੜਾ ਹੈ। ਹਿੰਦੁਸਤਾਨ ਦੀ ਪਾਤਸ਼ਾਹੀ ਸਾਡੇ ਕੋਲ ਨਹੀਂ ਹੈ। ਹਿੰਦ ਪਾਤਸ਼ਾਹੀ ਨਾਨਕ ਕੇਰੀ। ਹਿੰਦੁਸਤਾਨ ਦੀ ਪਾਤਸ਼ਾਹੀ ਜਿਹੜੀ ਆ ਉਹ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪਾਤਸ਼ਾਹੀ ਹੈ। ਕਰੀ ਨਾ ਆਸ ਫੇਰ ਤੂੰ ਮੇਰੀ। ਤੂੰ ਅੱਜ ਤੋਂ ਬਾਅਦ ਮੇਰੀ ਆਸ ਨਹੀਂ ਕਰਨੀ। ਇਹ ਨਹੀਂ ਸੋਚਣਾ ਕਿ ਮੁਹੰਮਦ ਸਾਹਿਬ ਤੈਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਪਾਤਸ਼ਾਹੀ ਦੇ ਦੇਣਗੇ। ਇਹ ਜਿਹੜੀ ਆਸ ਹੈ ਨਾ, ਇਹ ਤੂੰ ਆਪਣੇ ਮਨ ਦੇ ਵਿੱਚੋਂ ਦੂਰ ਕਰ ਦੇ। ਚੋਰਠਾ ਨਾਨਕ ਦੇਈ ਨਾ ਦੇਈ ਹਮ ਅਧੀਨ ਕਛੁ ਨਾਹੇ ਆਪ। ਮੁਹੰਮਦ ਸਾਹਿਬ ਜੀ ਕਹਿੰਦੇ ਨਾਨਕ ਦੇ ਨਾ ਦੇ, ਇਹ ਗੁਰੂ ਨਾਨਕ ਸਾਹਿਬ ਦੀ ਮਰਜ਼ੀ ਹੈ। ਉਹ ਬਾਦਸ਼ਾਹੀ ਦੇਣਾ ਚਾਹੁੰਦੇ ਨੇ ਕਿ ਨਹੀਂ ਦੇਣਾ ਚਾਹੁੰਦੇ, ਕਿਉਂਕਿ ਅਧੀਨ ਉਹਨਾਂ ਦੇ ਆ ਨਾ, ਉਹ ਮਾਲਕ ਨੇ ਇਸ ਪਾਤਸ਼ਾਹੀ ਦੇ। ਹਮ ਅਧੀਨ ਕਛ ਨਾਹੇ ਆਪ। ਹੁਣ ਮੇਰੇ ਅਧੀਨ ਕੁਛ ਵੀ ਨਹੀਂ, ਮੇਰੇ ਅਧਿਕਾਰ ਵਿੱਚ ਕੁਝ ਨਹੀਂ ਹੈ। ਸਹੀ ਤੇ ਫਿਰ ਲੈ ਜਿਸ ਬਿਦ ਰਿਚੈ ਰਜਾਏ ਕੈ। ਇਹ ਜਾ ਕੇ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦੇ ਕੋਲੋਂ ਲੈ ਲੈ, ਜਿਵੇਂ ਮਰਜ਼ੀ ਰਜਾ ਲੈ, ਉਹਨਾਂ ਨੂੰ ਪ੍ਰਸੰਨ ਕਰ ਲੈ। ਵੇਖ ਉਹਨਾਂ ਨੂੰ ਕਿਵੇਂ ਖੁਸ਼ ਕਰਨਾ ਹੈ, ਕਿਵੇਂ ਉਹਨਾਂ ਕੋਲੋਂ ਪਾਤਸ਼ਾਹੀ ਲੈਣੀ ਹੈ। ਮੁੜ ਕੇ ਮੇਰੇ ਕੋਲੋਂ ਪਾਤਸ਼ਾਹੀ ਨਾ ਮੰਗੀ, ਮੇਰੇ ਕੋਲੇ ਪਾਤਸ਼ਾਹੀ ਨਹੀਂ ਹੈ। ਜੋ ਕੋਈ ਜਿਸਕੇ ਆਸੇ ਸੰਗ ਤੂੰ ਆਇਓ। ਜਿਸ ਗੁਰੂ ਨਾਨਕ ਸਾਹਿਬ ਜੀ ਦੇ ਆਸੇ ਨਾਲ ਤੂੰ ਇੱਥੇ ਸੱਚਖੰਡ ਵਿੱਚ ਆਇਆ ਹੈ, ਮੈਂ ਪਾਤਸ਼ਾਹੀ ਉਸੇ ਰਿਝਾਇਓ। ਉਸ ਸਤਿਗੁਰੂ ਨੂੰ ਰਜਾ ਕੇ ਪ੍ਰਸੰਨ ਕਰਕੇ ਪਾਤਸ਼ਾਹੀ ਜਿਹੜੀ ਹਿੰਦੁਸਤਾਨ ਦੀ ਉਹਨਾਂ ਦੇ ਕੋਲੋਂ ਲੈ, ਮੇਰੇ ਕੋਲੋਂ ਨਹੀਂ ਮਿਲਣੀ। ਗੁਰੂ ਨਾਨਕ ਸਾਹਿਬ ਜੀ ਹੀ ਤੈਨੂੰ ਹਿੰਦੁਸਤਾਨ ਦੀ ਪਾਤਸ਼ਾਹੀ ਦੇਣਗੇ। ਹਿੰਦ ਤਖਤ ਹਮ ਤਾਬੇ ਨਾਹੀ। ਹਿੰਦੁਸਤਾਨ ਦਾ ਜਿਹੜਾ ਤਖਤ ਹੈ ਉਹ ਸਾਡੇ ਤਾਬਿਆ ਨਹੀਂ ਹੈ। ਆਸਾਨ ਹੈ ਹਮਰੇ ਪਾਹੀ। ਹਾਂ, ਮੇਰੇ ਕੋਲ ਖੁਰਾਸਾਨ ਜ਼ਰੂਰ ਹੈ। ਖੁਰਾਸਾਨ ਦਾ ਜਿਹੜਾ ਇਲਾਕਾ ਜਿਹਨੂੰ ਆਪਾਂ ਖੁਰਾਸਾਨ ਕਹਿੰਦੇ ਆ, ਖੁਰਾਸਾਨ ਦਾ ਇਲਾਕਾ ਮੇਰੇ ਪਾਸ ਜ਼ਰੂਰ ਹੈ। ਤੋ
ਬਿਮਲ ਲੰਘੈ ਦਇਓ। ਪਰ ਅਸੀਂ ਇਹ ਜਿਹੜਾ ਖੁਰਾਸਾਨ ਦਾ ਇਲਾਕਾ ਨਾ ਤੈਮੂਰ ਨੂੰ, ਮੁਗਲ ਵੰਸ਼ ਦਾ ਸਮਰਕੰਦ ਦਾ ਬਾਦਸ਼ਾਹ ਹੈ, ਤੇ ਜਿਹਨੂੰ ਇਹ ਤਿਮਰਲੰਗ ਵੀ ਕਹਿ ਦਿੰਦੇ, ਤੈਮੂਰ ਵੀ ਕਹਿ ਦਿੰਦੇ ਨੇ, ਇਹ ਵੀ ਮੁਗਲ ਵੰਸ਼ ਦੇ ਵਿੱਚੋਂ ਹੈ। ਤੇ ਅਸੀਂ ਇਹ ਜਿਹੜਾ ਇਲਾਕਾ ਖੁਰਾਸਾਨ ਦਾ ਤਿਮਰਲੰਗ ਨੂੰ, ਤੈਮੂਰ ਨੂੰ ਦਿੱਤਾ ਹੋਇਆ ਹੈ। ਔਲਾਦ ਹੋਏ ਸੋ ਕਯੋ। ਅੱਗੇ ਵੀ ਉਹਦੀ ਔਲਾਦ ਹੋਏਗੀ, ਉੱਥੋਂ ਦਾ ਰਾਜ ਭਾਗ ਉਹ ਸੰਭਾਲਣਾ ਕਰੇਗੀ ਸਮਰਕੰਦ ਦਾ। ਉਹ ਜਵਾਬ ਦਾ ਬਾਬਰ ਕਰੇ। ਬਾਬਰ ਨੇ ਕਈ ਵਾਰੀ ਬੇਨਤੀਆਂ ਕੀਤੀਆਂ, ਬੜੇ ਸਵਾਲ ਜਿਹੜੇ ਸਨ ਉਹ ਮੁਹੰਮਦ ਸਾਹਿਬ ਦੇ ਸਾਹਮਣੇ ਖੜੇ ਕੀਤੇ ਹਨ, ਉਤਨੇ ਮੋੜ ਸੁਧਰੇ। ਤੇ ਜਿੰਨੇ ਵੀ ਸਵਾਲ ਸਨ ਉਹਨਾਂ ਸਾਰਿਆਂ ਦਾ ਜਵਾਬ ਜਿਹੜਾ ਮੁਹੰਮਦ ਸਾਹਿਬ ਨੇ ਮੋੜ ਕੇ ਬਾਬਰ ਦੇ ਸਾਹਮਣੇ ਰੱਖ ਦਿੱਤਾ। ਹੋਏ ਨਿਰਾਸ਼ਾ ਬਾਬਰ ਮੁੜਿਆ। ਬਾਬਰ ਜਿਹੜਾ ਨਿਰਾਸ਼ ਹੋ ਕਰਕੇ ਸੱਚਖੰਡ ਤੋਂ ਵਾਪਸ ਮੁੜ ਪਿਆ ਹੈ। ਆਸਾ ਲੈ ਡੇਰੇ ਬੜਿਆ। ਜਿਹੜਾ ਆਸਾ ਮਹਾਰਾਜ ਨੇ ਦਿੱਤਾ ਸੀ ਨਾ, ਉਹੀ ਆਸਾ ਲੈ ਕੇ ਵਾਪਸ ਆ ਗਿਆ ਦਰਗਾਹ ਤੋਂ, ਤੇ ਆਪਣੇ ਡੇਰੇ ਵਿੱਚ ਪ੍ਰਵੇਸ਼ ਹੋ ਗਿਆ। ਬਾਬਰ ਆਸ ਦੂਰ ਤਬ ਭਈ। ਬਾਬਰ ਦੇ ਮਨ ਦੀ ਜਿਹੜੀ ਆਸ ਸੀ ਨਾ ਹਿੰਦੁਸਤਾਨ ਦਾ ਰਾਜ ਮਿਲੇਗਾ, ਉਹ ਆਸ ਦੂਰ ਹੋ ਗਈ ਹੈ। ਉਸ ਕਮਰ ਦੋ ਟੁਕ ਹੋ ਗਈ। ਇਸ ਤਰ੍ਹਾਂ ਜਾਣੋ ਕਿ ਜਿਵੇਂ ਬਾਬਰ ਦੀ ਲੱਕ, ਉਹਦੀ ਕਮਰ ਜਿਹੜੀ ਹੈ ਨਾ, ਦੋ ਟੋਟੇ ਹੋ ਗਈ ਹੋਵੇ। ਸਰੀਰ ਦਾ ਆਸਰਾ ਕਮਰ ਹੁੰਦੀ ਹੈ ਨਾ, ਕਮਰ ਟੁੱਟ ਜੇ ਤੇ ਸਰੀਰ ਗਿਆ। ਇਸ ਤਰ੍ਹਾਂ ਉਹਦੀ ਆਸ ਜਿਹੜੀ ਆ ਅੰਦਰੋਂ ਟੁੱਟ ਗਈ ਹੈ। ਹਰੀ ਗਛੇ ਦਿਸ ਡੇਰੇ ਆਏ। ਡੇਰੇ ਵਿੱਚ ਆ ਗਿਆ ਤੇ ਗਸ਼ੀ ਪੈ ਗਈ ਬਾਬਰ ਨੂੰ ਕਿ ਇੱਥੇ ਚੜ੍ਹ ਕੇ ਵੀ ਆਇਆ ਤੇ ਇੱਥੇ ਆ ਕੇ ਰਾਜ ਭਾਗ ਵੀ ਨਹੀਂ ਮਿਲਿਆ। ਗੋ ਕਰਨ ਮਨ ਬਹੁ ਪਛਤਾਏ। ਆਪਣੇ ਮਨ ਹੀ ਮਨ ਬੜਾ ਪਛਤਾਉਣ ਲੱਗਾ ਹੈ। ਚੀਰ ਕਹੀ ਥੀ ਆਛੀ ਬਾਤ। ਕਹਿੰਦਾ ਮੇਰੇ ਵਜ਼ੀਰ ਨੇ ਮੈਨੂੰ ਚੰਗੀ ਗੱਲ ਆਖੀ ਸੀ ਹਿੰਦ ਪੀਰ ਉਹਾ ਵੱਡੀ ਆਫਤ। ਕਿ ਹਿੰਦੁਸਤਾਨ ਦੇ ਵਿੱਚ ਬੜੇ ਬੜੇ ਵੱਡੇ ਪੀਰ ਰਹਿੰਦੇ ਨੇ, ਬੜੀ ਵੱਡੀ ਆਫਤ ਹੈ। ਤੋਹਰਾ ਪਾਛੇ ਮੁੜੇ ਤੋ ਚੋਟ ਲੱਗੈ ਆਗੇ ਤੁਰੋ ਤੋਹਾਰ। ਹੁਣ ਮਨ ਵਿੱਚ ਸੋਚਦਾ ਪਿੱਛੇ ਮੁੜਨਾ ਤੇ ਚੋਟ ਲੱਗਦੀ ਹੈ, ਵਾਪਸ ਜਾਵਾਂਗਾ ਤਾਂ ਕੀ ਕਹਿਣਗੇ ਮੇਰੇ ਦੇਸ਼ ਦੇ ਲੋਕ, ਆ ਗਿਆ ਵਾਪਸ, ਲੈ ਲੈ ਹਿੰਦੁਸਤਾਨ ਦਾ ਰਾਜ। ਆ ਗਏ ਤੁਰੋਂ ਤੋਂ ਹਾਰ, ਅੱਗੇ ਤੁਰਦਾ ਤੇ ਹਾਰ ਮਿਲਦੀ ਹੈ, ਕਿਉਂਕਿ ਪ੍ਰਵਾਨਗੀ ਨਹੀਂ ਨਾ ਮਿਲੀ ਹਲੇ ਗੁਰੂ ਨਾਨਕ ਸਾਹਿਬ ਦੀ। ਉਹਨੂੰ ਮਾਣ ਸੀ ਕਿ ਮੇਰੇ ਮੁਹੰਮਦ ਸਾਹਿਬ ਜੀ ਮੈਨੂੰ ਰਾਜ ਭਾਗ ਦੇਣਗੇ, ਪਰ ਜਵਾਬ ਮਿਲ ਗਿਆ। ਸਤਿਗੁਰੂ ਕਹਿੰਦੇ ਜਾ ਪੁੱਛੀ ਆ, ਜੇ ਮੈਂ ਤੈਨੂੰ ਕੁਝ ਆਖਾਂਗਾ ਤੈਨੂੰ ਵਿਸ਼ਵਾਸ ਨਹੀਂ ਹੋਣਾ ਤੇ ਜਾ, ਚਲਾ ਜਾ ਦਰਗਾਹ ਵਿੱਚ ਮੁਹੰਮਦ ਜੀ ਨੂੰ ਪੁੱਛ ਲੈ। ਤੇ ਜਦੋਂ ਮਹਾਰਾਜ ਨੇ ਭੇਜਿਆ ਤੇ ਮੁਹੰਮਦ ਸਾਹਿਬ ਨੇ ਜਵਾਬ ਦੇ ਦਿੱਤਾ, ਆਖਿਆ ਵੀ ਇਹ ਰਾਜ ਭਾਗ ਤਾਂ ਗੁਰੂ ਨਾਨਕ ਸਾਹਿਬ ਦੇ ਅਧੀਨ ਹੈ, ਉਹਨਾਂ ਕੋਲੋਂ ਮਿਲੇਗਾ। ਇਹਨੇ ਹੰਕਾਰ ਨਾਲ ਆ ਕੇ ਗੁਰੂ ਸਾਹਿਬ ਦੇ ਸਨਮੁਖ ਆਪਣੇ ਆਪ ਨੂੰ ਪੇਸ਼ ਕੀਤਾ, ਤਾਂ ਬਾਬਰ ਦੀ ਇਹ ਦਸ਼ਾ ਹੋਈ। ਇਸ ਪ੍ਰਕਾਰ ਬਾਬਰ ਜਿਹੜਾ ਸੀਗਾ ਉਹ ਮਨ ਵਿੱਚ ਸੋਚਦਾ ਅੱਗੇ ਤੁਰਦਾ ਤਾਂ ਹਾਰ ਹੁੰਦੀ ਹੈ ਤੇ ਪਿਛਾਂ ਮੁੜਦਾ ਤੇ ਲਾਹਨਤਾਂ ਪੈਂਦੀਆਂ ਹਨ। ਕਹਿ ਜਗ ਚੁੰਦਰ ਸਰਪ ਜਿਉ ਐਸੇ ਭਇਓ ਵਿਚਾਰ। ਕਹਿੰਦਾ ਇਹ ਤਾਂ ਚਕਚੁੰਦਰ ਵਾਲਾ ਕੰਮ ਹੋ ਗਿਆ। ਸੱਪ ਨੇ ਮੂੰਹ ਵਿੱਚ ਪਾ ਲਈ, ਖਾਂਦਾ ਤੇ ਕੋੜ ਹੁੰਦਾ, ਉਂਝ ਅੰਨਾ ਹੁੰਦਾ ਹੈ, ਨਾ ਛੱਡਣ ਜੋਗਾ ਨਾ ਖਾਣ ਜੋਗਾ, ਨਾ ਬਾਬਰ ਪਿੱਛੇ ਜਾਣ ਜੋਗਾ ਤੇ ਨਾ ਅੱਗੇ ਜਾਣ ਜੋਗਾ। ਮਹਾਰਾਜ ਜਿਵੇਂ ਬਾਬਰ ਨੂੰ ਰਾਜ ਭਾਗ ਬਖਸ਼ਿਸ਼ ਕਰਨਗੇ ਨਾ, ਉਹ ਕਥਾ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਚਾਈ ਸਾਹਮਣੇ ਪ੍ਰਗਟ ਕਰਨੀ ਸੀ ਬਾਬਰ ਦੇ, ਕਿਉਂਕਿ ਜਦੋਂ ਦੌਲਤ ਖਾਨ ਨੇ ਆਖਿਆ ਪ੍ਰਵਾਨਗੀ ਗੁਰੂ ਸਾਹਿਬ ਤੋਂ ਲਓ ਤੈਨੂੰ ਰਾਜ ਦੇਣਗੇ, ਆਖਦਾ ਮੈਂ ਤਾਂ ਇਹ ਹਿੰਦੂ ਪੀਰ ਕੀ ਦੇਗਾ ਮੈਨੂੰ ਪਾਤਸ਼ਾਹੀ, ਮੁਹੰਮਦ ਸਾਹਿਬ ਦੇਣਗੇ। ਤੇ ਜਦੋਂ ਉੱਥੇ ਭੇਜਿਆ ਤੇ ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਇਹ ਰੱਬ ਦੇ ਪਿਆਰਿਆਂ ਦੀ ਖੇਡ ਹੀ ਹੁੰਦੀ ਹੈ। ਉਹਨਾਂ ਨੇ ਜਵਾਬ ਦੇ ਦਿੱਤਾ, ਜਾਓ ਜਾ ਕੇ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚੋਂ ਲਓ, ਉਹ ਤੁਹਾਨੂੰ ਦੇਣਗੇ, ਝੋਲੀ ਤੁਹਾਡੀ ਉਹ ਭਰਨਗੇ। ਜਿਸ ਤਰ੍ਹਾਂ ਬਾਬਰ ਨੂੰ ਪਾਤਸ਼ਾਹੀ ਮਿਲੇਗੀ ਤੇ ਫਿਰ ਦੋ ਸਿੱਖਾਂ ਦੀ ਸ਼ਹਾਦਤ, ਜਿਹੜਾ ਆਪਾਂ ਪ੍ਰਸੰਗ ਸੁਣ ਰਹੇ ਹਾਂ ਭਾਈ ਤਾਰੂ ਸਿੰਘ ਜੀ ਦਾ। ਭਾਈ ਤਾਰੂ ਸਿੰਘ ਜੀ ਇਹ ਕਥਾ ਸੁਣਾ ਰਹੇ ਨੇ ਪੜਾਣੇ ਦੀਆਂ ਸੰਗਤਾਂ ਨੂੰ। ਭਾਈ ਮਤਾਬ ਸਿੰਘ ਭਾਈ ਤਾਰੂ ਸਿੰਘ ਦੀ ਕਥਾ ਸੁਣਾਂਗੇ, ਕਿਉਂਕਿ ਇੱਕੋ ਸਮੇਂ ਦੋ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਮਤਾਬ ਸਿੰਘ ਤੇ ਭਾਈ ਤਾਰੂ ਸਿੰਘ ਦਾ ਵਾਅਦਾ ਸੀ ਜਿਸ ਦਿਨ ਸ਼ਹੀਦ ਹੋਏ ਇਕੱਠੇ ਹੀ ਹੋਵਾਂਗੇ, ਤੇ ਦੋਵਾਂ ਸਿੱਖਾਂ ਦੀ ਸ਼ਹਾਦਤ ਜਿਹੜੀ ਇੱਕੋ ਸਮੇਂ ਹੋਈ। ਕੱਲ੍ਹ ਦੇ ਦੀਵਾਨ ਵਿੱਚ ਇਹ ਕਥਾ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ ਹੇ ਗੋਪਾਲ ਹੇ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨੇ, ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਤਾ, ਅੰਧਕੂਪ ਮਹਾ ਭਿਆਨ ਨਾਨਕ ਪਾਰਿ ਉਤਾ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆ, ਏਕ ਅਖਰ ਹਰ ਮਨ ਵਸਤੁ ਨਾਨਕ ਹੋਤ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ,
ਜੋ ਸ਼ਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਜੋ ਸ਼ਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।